ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨਾ ਸਿਮਰੋ ਅੰਗਦ ਦੁਖ ਨਿਕੰਦਨਾ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਉ ਗੁਰੂ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸਕ ਸ਼੍ਰੀ ਹਰਿ ਗੋਬਿੰਦ ਸੁਮਤ ਪਰਗਾਸਕ ਸ਼੍ਰੀ ਹਰਿ ਰਾਇ ਨੰਦ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਨਾਸਨ ਸੋਏ ਦੋਹਰਾ ਸੋ ਉਠ ਕੇ ਕਰ ਜੋਰ ਉਚੇਰੇ ਬੋਲਿਓ ਕਰਨਾ ਸਿੰਧ ਅਗੇਰੇ ਸੁਨੀਚੇ ਪ੍ਰਭ ਜੀ ਮੋਰ ਪੁਕਾਰ ਰਾਗੀ ਗਏ ਸਿਦਕ ਕੋ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਦੋਂ ਇੱਕ ਦਿਨ ਰਾਗੀਆਂ ਨੇ ਕੋਈ ਗੋਪੀ ਚੰਦ ਦਾ ਸ਼ਬਦ ਸੀ ਉਹ ਗਾ ਦਿੱਤਾ ਤੇ ਇੱਕ ਸਿੱਖ ਜਿਹੜਾ ਸੀਗਾ ਉਹ ਗੁੱਸੇ 'ਚ ਆ ਗਿਆ ਔਰ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦਾ ਮਹਾਰਾਜ ਜੀ ਇਹਨਾਂ ਰਾਗੀਆਂ ਨੇ ਗੋਪੀ ਚੰਦ ਦਾ ਸ਼ਬਦ ਕਿਉਂ ਗਾਇਆ? ਸਾਡੇ ਕੋਲੇ ਗੁਰਬਾਣੀ ਵਾਧੂ ਹੈਗੀ ਹੈ, ਮਤਲਬ ਕੀ ਇਹਨਾਂ ਨੇ ਕਿਉਂ ਗੋਪੀ ਚੰਦ ਦਾ ਸ਼ਬਦ ਗਾਇਆ? ਪਾਤਸ਼ਾਹ ਕਹਿੰਦੇ ਕੋਈ ਨਹੀਂ ਸਿੱਖਾ ਫਿਕਰ ਨਾ ਕਰ, ਆਪਾਂ ਕਹਿ ਦਿੰਦੇ ਆ ਮਹਾਰਾਜ ਅੰਮ੍ਰਿਤ ਵੇਲਾ ਅਸੀਂ ਆਸਾ ਦੀ ਵਾਰ ਸੁਣਨੀ ਹੈ। ਇਹ ਗੋਪੀ ਚੰਦ ਦੀ ਵਾਰ ਛੱਡ ਕੇ ਬੈਠ ਗਏ ਤਾਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸ ਵੇਲੇ ਇਸ ਵਿਸ਼ੇ 'ਤੇ ਗਿਆਨ ਵੀ ਦਿੱਤਾ। ਗੋਪੀ ਚੰਦ ਕੋਈ ਮਾੜਾ ਮੋਟਾ ਬੰਦਾ ਨਹੀਂ ਹੋਇਆ, ਵੈਸੇ ਗੋਰਖ ਚੰਦ ਦਾ ਗੋਰਖਨਾਥ ਦਾ ਉਹ ਰਾਜਾ ਹੋਇਆ, ਗੋਰਖਨਾਥ ਦਾ ਉਹਦਾ ਇਹ ਸੇਵਕ ਹੋਇਆ ਔਰ ਉਹਦੇ ਸਿੱਧਾ ਨਾਥਾਂ ਵਿੱਚੋਂ ਜਿਹੜੇ 5 ਵਧੀਆ ਸ਼੍ਰੋਮਣੀ ਨਾਥ ਸੀ ਨਾ ਉਹਨਾਂ ਵਿੱਚ ਗੋਪੀ ਚੰਦ ਹੋਇਆ। ਖਰੇ ਕੌਣ ਸੀ ਗੋਪੀ ਚੰਦ, ਕਿਉਂ ਗੋਰਖਨਾਥ ਦੀ ਸ਼ਰਨ 'ਚ ਆਇਆ? ਤਾਂ ਗੁਰੂ ਪਿਆਰਿਓ ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਦੋਹਰਾ ਸੋ ਕੀ ਕਰ ਜੋਰ ਚੇਰੇ ਬੋਲਿਓ ਕਰਨਾ ਸਿੰਧ ਅਗੇਰੇ। ਜਦੋਂ ਗੁਰੂ ਪਿਆਰਿਓ ਰਾਗੀਆਂ ਨੇ ਇੱਕ ਦਿਨ ਗੋਪੀ ਚੰਦ ਦੀ ਵਾਰ ਦੇ ਵਿੱਚੋਂ ਕੁਝ ਸ਼ਬਦ ਗਾ ਦਿੱਤੇ ਤਾਂ ਇੱਕ ਸਿੱਖ ਜਿਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ, ਕਿਉਂਕਿ ਉਹ ਬਹੁਤਾ ਹੀ ਬਾਣੀ ਦੇ ਨਾਲ ਜੁੜਿਆ ਹੋਇਆ, ਚੰਗੀ ਗੱਲ ਹੈ ਵੈਸੇ, ਉਹਦੀ ਵੀ ਖਿਆਲ ਚੰਗਾ ਹੈ ਕਿ ਸਤਿਗੁਰਾਂ ਦੀ ਬਾਣੀ ਤੋਂ ਬਗੈਰ ਹੋਰ ਬਾਣੀ ਕੱਚੀ ਹੈ, ਪਰ ਸੋਚ ਆਪੋ ਆਪਣੀ ਹੁੰਦੀ ਹੈ। ਉਹ ਸਿੱਖ ਉੱਠਿਆ ਗੁੱਸੇ ਵਿੱਚ ਪਰ ਹੱਥ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਸੁਣੀਏ ਪ੍ਰਭ ਜੀ ਮੋਰ ਪੁਕਾਰ ਰਾਗੀ ਗਏ ਸਿਦਕ ਕੋ ਹਾਰ। ਕਹਿਣ ਲੱਗਿਆ ਮਹਾਰਾਜ ਇਹ ਰਾਗੀਆਂ ਨੂੰ ਕੀ ਹੋ ਗਿਆ?
ਇਹਨਾਂ ਨੂੰ ਤੁਹਾਡੇ ਤੋਂ ਭਰੋਸਾ ਉੱਠ ਗਿਆ ਕਿਆ? ਅਜ ਸਤ ਗੁਰਬਾਣੀ ਸਵੇਰਾ ਗਾਇਓ ਗੋਪੀ ਚੰਦ ਕੋ ਝੇਰਾ। ਇਹਨਾਂ ਨੇ ਤੁਹਾਡੀ ਬਾਣੀ ਨੂੰ ਛੱਡ ਕੇ ਗੋਪੀ ਚੰਦ ਦਾ ਝੇੜਾ ਝਗੜਾ ਉਹਦੀਆਂ ਗੱਲਾਂ ਬਾਤਾਂ ਲੈ ਕੇ ਬੈਠ ਗਏ। ਗੋਪੀ ਚੰਦ ਦੇ ਬਚਨ ਗਾਉਣ ਲੱਗ ਪਏ ਜੀ। ਅੰਮ੍ਰਿਤ ਵੇਲੇ ਉਠ ਤਰੰਬਾ ਸੁਨ ਮੇਰੇ ਮਨ ਭਇਓ ਅਚੰਬਾ। ਮਹਾਰਾਜ ਮੈਂ ਬੜਾ ਹੈਰਾਨ ਹੋਇਆ ਵੀ ਕੀ ਗੱਲ, ਸਾਡੇ ਕੋਲ ਗੁਰਬਾਣੀ ਬਹੁਤ ਹੈ, ਗੁਰੂ ਕੀ ਬਾਣੀ, ਔਰ ਜਦੋਂ ਮੈਂ ਇਹਨਾਂ ਦੇ ਕੋਲੋਂ ਗੋਪੀ ਚੰਦ ਦੇ ਵਾਰ ਦੇ ਸ਼ਬਦ ਸੁਣੇ ਜੀ। ਗੁਰੂ ਸ਼ਬਦ ਬਿਨ ਬਾਣੀ ਕਾਚੀ ਸ੍ਰੀ ਗ੍ਰੰਥ ਮੈਂ ਏਵ ਉਬਾਚੀ। ਮਹਾਰਾਜ ਤੁਸੀਂ ਤਾਂ ਬਾਣੀ ਦੇ ਵਿੱਚ ਇਹ ਕਿਹਾ ਹੈ ਕਿ ਸਤਿਗੁਰਾਂ ਬਿਨਾ ਹੋਰ ਕੱਚੀ ਹੈ ਬਾਣੀ, ਫਿਰ ਇਹਨਾਂ ਨੇ ਕਿਉਂ ਗਾਈ? ਜਾਨ ਬੋਝਿਨ ਤਿਆਗਨ ਠਾਨੀ ਬੇਲਾ ਕੀਰਤਨ ਕੇ ਗੁਰਬਾਣੀ। ਅੰਮ੍ਰਿਤ ਵੇਲਾ ਕੀਰਤਨ ਦਾ ਸਮਾਂ ਹੈ, ਗੁਰਬਾਣੀ ਦਾ ਕੀਰਤਨ ਕਰਨਾ ਚਾਹੀਦਾ ਹੈ। ਇਹਨਾਂ ਨੇ ਚੰਗਾ ਨਹੀਂ ਕੀਤਾ। ਇਸ ਸਮੇਂ ਗਾਨ ਗਿਆਨਾ ਸੁਨ ਕਲਗੀਧਰ ਬਾਗ ਬਖਾਨਾ। ਹੁਣ ਕਲਗੀਧਰ ਪਾਤਸ਼ਾਹ ਹਮੇਸ਼ਾ ਮੁਸਕਰਾਉਂਦੇ ਹੀ ਰਹਿੰਦੇ ਹਨ, ਸਿੱਖ ਸੰਗਤਾਂ ਦੀਆਂ ਗੱਲਾਂ ਵੀ ਸੁਣਦੇ ਆ ਔਰ ਉਹਨਾਂ ਦਾ ਗੁਰੂ ਪਿਆਰਿਓ ਢੰਗ ਦੇ ਨਾਲ ਦਰਸ਼ਨ ਜਵਾਬ ਵੀ ਦਿੰਦੇ ਹਨ। ਪਾਤਸ਼ਾਹ ਜੀ ਮੁਸਕਰਾ ਪਏ, ਕਹਿੰਦੇ ਉਹ ਸੋਈ ਸਾਈਂ ਲੋਕਾ, ਆ ਰੱਬ ਦੇ ਪਿਆਰੇ ਆ, ਫਕੀਰਾ ਫਕਰਾ, ਉਹ ਸਾਈਂ ਲੋਕਾ ਬਹਿ ਜਾ, ਗੁਰੂ ਅਰ ਸਿੱਖ ਦੇ ਵਿੱਚ ਭੇਦ ਨਹੀਂ ਕੋਈ ਹੁੰਦਾ। ਭਾਈ ਸਾਈ ਲੋਕਾ ਸੁਣੀਐ ਗੁਰ ਅਰ ਸਿੱਖ ਮੈਂ ਭੇਦ ਨਾ ਜਣੀਐ। ਗੁਰੂ ਤੇ ਸਿੱਖਾਂ ਵਿੱਚ ਕੋਈ ਫਰਕ ਨਾ ਸਮਝੋ। ਸਿੱਖ ਸੇਵਕ ਸਭ ਭਗਤ ਵਿਸਾਲੇ ਸਾਸ ਸਾਸ ਕਰਤਾਰ ਸੰਭਾਲੇ। ਕਹਿਣ ਲੱਗੇ ਸਾਰੇ ਹੀ ਪਰਮੇਸ਼ਰ ਨੂੰ ਯਾਦ ਕਰਦੇ ਆ, ਸਿੱਖ ਸੇਵਕ ਭਗਤ ਆਦਿ। ਤਾਦਪ ਸਿੱਖਾ ਸਿੱਖੀ ਦੂਰ ਗੁਰ ਕਰਨਾ ਤੇ ਪ੍ਰਾਪਤ ਰੂਰ। ਔਰ ਜੇ ਕੋਈ ਥੋੜਾ ਜਿਹਾ ਸਿੱਖੀ ਦੇ ਵਿੱਚ ਕੁਝ ਪੁਆਇੰਟ ਰੱਖਦਾ ਹੋਵੇ ਤੇ ਫਿਰ ਹੰਕਾਰ ਕਰ ਲਵੇ, ਉਹ ਜਿਹੇ ਲੋਕਾਂ ਨੂੰ ਕਹਿੰਦੇ ਆ ਸਿੱਖੀ ਬੜੀ ਦੂਰ ਹੈ। ਸਿੱਖਾ ਇਹ ਤਾਂ ਗੁਰੂ ਦੀ ਕਿਰਪਾ ਦੇ ਨਾਲ ਹੀ ਨਿਭਾਈ ਜਾ ਸਕਦੀ ਹੈ, ਗੁਰੂ ਹੀ ਕਿਰਪਾ ਕਰੇ। ਗੋਪੀ ਚੰਦ ਧਨ ਬੈਰਾਗੀ 14 ਸੇ ਰਾਣੀ ਜਿਨ ਤਿਆਰੀ। ਤਿਆਗੀ ਤਾਂ ਕੀ ਹੋਇਆ? ਪਾਤਸ਼ਾਹ ਕਹਿੰਦੇ ਗੋਪੀ ਚੰਦ ਕੋਈ ਐਸਾ ਵੈਸਾ ਬੰਦਾ ਨਹੀਂ ਹੋਇਆ। ਚਲ ਕੋਈ ਗੱਲ ਨਹੀਂ, ਰਾਗੀਆਂ ਨੇ ਗਾ ਦਿੱਤਾ, ਇੰਨਾ ਗੁੱਸਾ ਵੀ ਨਹੀਂ ਕਰਨਾ ਚਾਹੀਦਾ। ਗੋਪੀ ਚੰਦ ਧਨ ਹੈ, ਇੱਕ ਰਾਜਾ ਹੋਇਆ ਹੈ ਜਿਹਦੀਆਂ 1400 ਰਾਣੀਆਂ ਅਤੇ ਦੀਰਘ ਰਾਜ ਮੋਜੋ ਮਨ ਕਾ ਤੁਰਤ ਤੌਰ ਡਾਰਿਓ ਜਿਮ ਤਿਨਕਾ। ਔਰ ਜਦੋਂ ਉਸ ਨੂੰ ਬਰਾਗ ਲੱਗਿਆ, ਵੱਡਾ ਰਾਜ ਭਾਗ, ਹੀਰੇ ਜਵਾਹਰਾਤ ਸੋਨਾ ਚਾਂਦੀ ਸਭ ਕੁਝ ਐ ਛੱਡ ਕੇ ਤੁਰ ਗਿਆ ਜਿਵੇਂ ਕੋਈ ਡੱਕਾ ਤੋੜ ਕੇ ਸਿੱਟ ਦੇਵੇ। ਗੋਪੀ ਚੰਦ ਬਹੁਤ ਮਹਾਨ ਹੋਇਆ ਵੈਸੇ। ਰੱਬ ਕਰ ਸਿੱਧ ਪਿਓ ਸਭ ਤਿਆਗਿਓ ਉਤਰਿਓ ਗੋਰਖ ਕੇ ਪਗ ਲਾਗਿਓ। ਔਰ ਉਸ ਨੇ ਤਪੱਸਿਆ ਕੀਤੀ। ਜਦੋਂ ਉਸ ਨੂੰ ਬਰਾਗ ਹੋਇਆ, ਉਹ ਗੋਰਖਨਾਥ ਦਾ ਸੇਵਕ ਬਣ ਗਿਆ, ਗੋਰਖਨਾਥ ਦਾ ਚੇਲਾ ਬਣ ਗਿਆ। ਔਰ ਉਸ ਨੇ ਆਪਣੀ 1400 ਰਾਣੀ ਔਰ ਰਾਜ ਭਾਗ, ਸੋਨਾ ਚਾਂਦੀ ਹੀਰੇ ਜਵਾਹਰਾਤ ਘੋੜੇ ਸਭ ਕੁਝ ਇੱਕ ਮਿੰਟ ਵਿੱਚ ਤਿਆਗ ਦਿੱਤਾ ਜੀ। ਰਾਜ ਬਾਜੀ ਤਨ ਸੇਵਕਾ ਸਿਆੰਦਨ ਸੁੰਦਰ ਚੰਦਰ ਮੁਖੀ ਸਹਿਨੰਦਨ। ਹਾਥੀ ਘੋੜੇ ਧਨ ਔਰ ਪਾਲਕੀਆਂ ਰਥ ਚੰਦਰਮੁਖੀ ਇਸਤਰੀਆਂ ਸੁੰਦਰ ਸਹਿਨੰਦਨ ਉਹਨਾਂ ਦੇ ਨਾਲ ਆਪਣੇ ਪੁੱਤਰਾਂ ਨੂੰ ਵੀ ਇੱਕ ਮਿੰਟ ਵਿੱਚ ਡੱਕੇ ਦੀ ਤਣਾ ਤੋੜ ਕੇ ਸਿੱਟ ਗਿਆ ਮੋਹ ਨੂੰ, ਔਰ ਤਿਆਗ ਕੇ ਗੋਰਖਨਾਥ ਦਾ ਚੇਲਾ ਬਣਿਆ ਜੀ। ਰਾਜ ਕਰ ਨੈਣ ਸੰਭਾਲਣ ਕਰੇ ਦ੍ਰਿੜ ਬਿਰਾਗ ਰਿਦੇ ਮੋਤਰੇ। ਔਰ ਪਰਮੇਸ਼ਰ ਨੂੰ ਪਾਉਣ ਦੇ ਲਈ ਮੁੜ ਕੇ ਘਰ ਵੱਲ ਮੁੜ ਕੇ ਨਹੀਂ ਦੇਖਿਆ। ਪਰ ਇਹਦਾ ਮਤਲਬ ਇਹ ਕਥਾ ਸੁਣ ਕੇ ਇਹ ਨਹੀਂ ਸੋਚ ਲੈਣਾ ਵੀ ਰਾਗੀ ਗੋਪੀ ਚੰਦ ਨੂੰ ਜਾਂ ਹੋਰ ਜਣੇ ਖਣੇ ਨੂੰ ਗਾਉਣ ਲੱਗ ਜਾਣ। ਕੋ ਸਤਨਾਮ। ਇਸ ਸਤਿਗੁਰਾਂ ਨੇ ਉਸ ਸਮੇਂ ਦੇ ਉੱਤੇ ਸਮਝਾਉਣਾ ਕੀਤਾ ਹੈ ਕਿ ਸਿੱਖੀ ਬੜੀ ਦੂਰ ਹੈ, ਸਿੱਖੀ ਦੇ ਘਰ ਬੜੇ ਦੂਰ ਹੈ। ਇਹ ਤਾਂ ਗੁਰੂ ਕਿਰਪਾ ਕਰਕੇ ਹੀ ਸਿੱਖ ਕਿਤੇ ਇਸ ਪਾਸੇ ਚੱਲ ਪਵੇ ਤੇ ਉਹਦਾ ਗੁਰੂ ਦਇਆ ਕਰਕੇ ਉਧਾਰ ਕਰ ਦਿੰਦੇ ਹੈ। ਪੂਰਾ ਸਿੱਖੀ ਸਿਦਕ ਨਿਭਾਉਣਾ ਬੜਾ ਦੂਰ ਹੈ। ਖੈਰ ਚਲੋ ਕੋਈ ਗੱਲ ਨਹੀਂ, ਕੀ ਹੋਇਆ ਜੇ ਗੋਪੀ ਚੰਦ ਦੀ ਮਹਿਮਾ ਕਰ ਦਿੱਤੀ ਇਹਨਾਂ ਨੇ। ਪਰ ਵੇਖੋ ਗੋਪੀ ਚੰਦ ਸਾਡੇ ਸਿੱਖਾਂ ਤੋਂ ਵੀ ਮਹਾਨ ਹੋਇਆ। ਵਿੱਚ ਐਸੇ ਵੀ ਸਿੱਖ ਹੈ ਜਿਹੜੇ ਸਿੱਖੀ ਤੇ ਚੱਲਦੇ ਨਹੀਂ। ਆ ਬਹੁਤ ਸਾਰੇ ਅੱਜ ਦੇ ਸਮੇਂ ਦੇ ਵੀ ਐਸੇ ਸਿੱਖ ਹੈ ਜਿਹੜੇ ਸਿੱਖ ਕਹਾਉਂਦੇ ਹੈ ਪਰ ਗੁਰੂ ਦੇ ਬਚਨ ਮੰਨਦੇ ਨਹੀਂ। ਜਿਹੜੀਆਂ 5 ਕੁਰੈਤਾਂ ਹੈ, 4 ਕੁਰੈਤਾਂ ਹੈ, ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਕਰ ਲੈਂਦੇ ਹਨ ਤੇ ਰਹਿਤਾਂ ਛੱਡ ਦਿੰਦੇ ਹਨ।
इस करके मेरे प्रीतम जी कहते धन है ओह गोरख अपना गोपीनाथ गोपी चंद गोरखनाथ का चेला जिसनों इन्ना बराग हो गया। तुम सब सिख हजूर रहंते मन अपने को न थिरंते। तुहाडे विचों मैनू कढ के लिया कोई इहो जिहा सिख गोपी चंद वर्गा ਜਿਹੜਾ ਆਪਣੇ ਮਨ ਨੂੰ ਸਥਿਰ ਕਰ ਲਵੇ ਨਾਲੇ ਤੁਸੀਂ ਮੇਰੇ ਕੋਲੇ ਰਹਿੰਦੇ ਹੋ। ਘਰ ਮੇ ਨਾਰ ਕੁਸੰਦਰ ਕਾਣੀ ਭਲੀ ਰਹਿਤ ਜਨੇਕ ਨਾ ਜਾਣੀ। ਕਹਿਣ ਲੱਗੇ ਤੁਹਾਡੇ ਘਰ ਵਿੱਚ ਤੁਹਾਡੀਆਂ ਘਰ ਵਾਲੀਆਂ ਓਨੀਆਂ ਸੁੰਦਰ ਵੀ ਨਹੀਂ ਹੋਣੀਆਂ ਸੋਹਣੀਆਂ ਵੀ ਨਹੀਂ ਹੋਣੀਆਂ ਪਰ ਉਹਨਾਂ ਦੇ ਵਿੱਚ ਕੋਈ ਰਹਿਤ ਵਹਿਤ ਨਹੀਂ ਹੋਣੀ। ਮਨ ਲਾਗਿਓ ਤਿਨ ਸੰਗ ਤੁਮਾਰੋ ਗੁਰ ਕਰਤੇ ਤਨ ਲਿਓ ਵਿਚਾਰੋ। ਔਰ ਗੁਰੂ ਘਰ ਤੋਂ ਧਨ ਲੈਨੇ ਹੋ ਤੇ ਧਿਆਨ ਤੁਹਾਡਾ ਤੁਹਾਡੀਆਂ ਘਰ ਵਾਲੀਆਂ ਦੇ ਵਿੱਚ ਹੀ ਪਿਆ ਰਹਿੰਦਾ ਹੈ। ਘਰ ਧਿਆਨ ਤੁਹਾਡਾ ਬੱਚਿਆਂ ਦੇ ਮੋਹ ਮਮਤਾ ਵਿੱਚ ਪਿਆ ਰਹਿੰਦਾ ਹੈ। ਮੇਰੇ ਕੋਲ ਤੁਸੀਂ ਸੇਵਾ ਕਰਦੇ ਹੋ ਡਿਊਟੀ ਕਰਦੇ ਹੋ ਤੇ ਧਿਆਨ ਤੁਹਾਡਾ ਘਰੇ ਰਹਿੰਦਾ ਹੈ। ਭਾਵੇਂ ਕੋਈ ਕਹਾਣੀ ਹੋਵੇ ਜਾਂ ਸੁੰਦਰ ਹੋਵੇ ਭਾਵ ਸੋਹਣੀ ਨਾ ਹੋਵੇ। ਸੋਦੇ ਕਰ ਪਹੁੰਚੋ ਤਿਨ ਪਾਸ ਕਰ ਵਿਚੋ ਬਿਲਾਸ ਆਵਾਸ। ਔਰ ਗੁਰੂ ਘਰ ਦੇ ਵਿੱਚ ਕੰਮ ਕਰਦੇ ਹੋਏ ਚਲੋ ਇੱਥੋਂ ਪੈਸਾ ਲੈ ਕੇ ਫਿਰ ਤੁਸੀਂ ਆਪਣੀਆਂ ਘਰ ਵਾਲੀਆਂ ਕੋਲ ਚਲੇ ਜਾਂਦੇ ਹੋ। ਗੋਪੀ ਚੰਦ ਰੀਸ ਕੋ ਕੈਸੇ ਤੁਮ ਚਾਹਤ ਕਹੀਏ ਬਿਦ ਤੈਸੇ। ਗੋਪੀ ਚੰਦ ਦੀ ਰੀਸ ਕਰਨੀ ਬਹੁਤ ਔਖੀ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗਏ ਸਨ ਨਾ ਸੁਮੇਰ ਪਰਬਤ ਦੀ ਯਾਤਰਾ ਤੇ ਉਦੋਂ ਗੋਪੀ ਚੰਦ ਸੀਗਾ ਤੇ ਉਸ ਵੇਲੇ ਗੁਰੂ ਪਿਆਰਿਓ ਜਦ ਗੋਰਖਨਾਥ ਨੇ ਆਪਣੇ ਸਾਰੇ ਸਿੱਧਾ ਨਾਥਾਂ ਨੂੰ ਭੇਜਣਾ ਕੀਤਾ ਕਿ ਜਾਓ ਜ਼ਿਆਦਾ ਇਸ ਫਕੀਰ ਨੂੰ ਪੁੱਠਾ ਮੋੜ ਕੇ ਆਓ ਕਿਤੇ ਆਪਣਾ ਰਿਕਾਰਡ ਨਾ ਤੋੜ ਦੇਵੇ ਕਿਉਂਕਿ ਉਹ ਸਭ ਤੋਂ ਉੱਚੀਆਂ ਪਹਾੜੀਆਂ ਤੇ ਬੈਠੇ ਗੋਰਖਨਾਥ ਵਰਗੇ। ਉਹ ਨਹੀਂ ਸੀ ਚਾਹੁੰਦੇ ਕੋਈ ਸੰਸਾਰੀ ਸਾਧੂ ਫਕੀਰ ਕੋਈ ਸੰਸਾਰੀ ਮਨੁੱਖ ਇਹਨਾਂ ਪਹਾੜਾਂ ਦੇ ਉੱਚਾ ਚੜ੍ਹ ਕੇ ਤੇ ਸਾਥੋਂ ਉੱਚਾ ਚਲਿਆ ਜਾਵੇ। ਬਈ ਜਾਂ ਤਾਂ ਇਸ ਨਾਨਕ ਫਕੀਰ ਨੂੰ ਪੁੱਠਾ ਮੋੜ ਕੇ ਆਓ ਉਹਨੂੰ ਹਰਾ ਕੇ ਆਪਣੀ ਚਰਚਾ ਦੇ ਨਾਲ ਤੇ ਜਾਂ ਫਿਰ ਉਸ ਨੂੰ ਜੇ ਅੱਗੇ ਆਵੇ ਤੇ ਉਹਨੂੰ ਆਪਣਾ ਚੇਲਾ ਬਣਾ ਕੇ ਲਿਆਓ। ਪਰ ਸਾਰੇ ਹੀ ਹਾਰ ਗਏ। ਗੋਰਖਨਾਥ ਵੀ ਗੁਰੂ ਨਾਨਕ ਨੂੰ ਜਿੱਤ ਨਹੀਂ ਸਕਿਆ। ਅਖੀਰ ਉਹਨੇ ਗੋਪੀ ਚੰਦ ਨੂੰ ਕਿਹਾ ਗੋਪੀ ਚੰਦਾ ਤੂੰ ਜਾ। ਕਹਿੰਦਾ ਕਾਹਦੇ ਵਾਸਤੇ? ਜੇ ਤਾਂ ਕਹੇ ਤੂੰ ਨਾਨਕ ਨੂੰ ਹਰਾ ਕੇ ਲਿਆ ਕਿਸੇ ਨੂੰ ਪਰਖਣਾ ਇੱਕ ਵਾਰੀ ਠੀਕ ਹੈ ਦੋ ਵਾਰੀ ਠੀਕ ਹੈ ਤਿੰਨ ਵਾਰੀ ਠੀਕ ਹੈ ਚੌਥੀ ਵਾਰ ਪਰਖਣਾ ਗਲਤ ਹੁੰਦਾ। ਕੋਈ ਸਤਨਾਮ ਗੋਪੀ ਚੰਦ ਘੁੱਗੂਨਾਥ ਇਹ ਪੰਜ ਕਸਾਦੇ ਦੇ ਐਸੇ ਸਨ ਵਧੀਆ ਭਜਨ ਬੰਦਗੀ ਵਾਲੇ ਜਿਨ੍ਹਾਂ ਨੇ ਯੋਗ ਮਤ ਨੂੰ ਸਮਝਿਆ ਸੀਗਾ ਸਹੀ ਢੰਗ ਦੇ ਨਾਲ। ਤੇ ਗੁਰੂ ਪਿਆਰਿਓ ਗੋਪੀ ਚੰਦ ਕਹਿਣ ਲੱਗਿਆ ਮੈਂ ਤਾਂ ਨਹੀਂ ਜਾਂਦਾ। ਹਾਂ ਜੇ ਤੂੰ ਕਹੇ ਕਿ ਉਹਨਾਂ ਨੂੰ ਪਿਆਰ ਸਹਿਤ ਬੁਲਾ ਕੇ ਲਿਆ ਫਿਰ ਮੈਂ ਚਲਿਆ ਜਾਣਾ। ਕੋਈ ਸਤਨਾਮ ਜਿੱਤਣ ਦੀ ਸੋਚ ਲੈ ਕੇ ਮੈਂ ਨਹੀਂ ਜਾਂਦਾਗਾ। ਗੋਰਖਨਾਥ ਕਹਿੰਦਾ ਯਾਰ ਤੂੰ ਚੁੱਪ ਕਰ ਜਾ। ਮੈਂ ਜਿਹੜਾ ਇਹਨਾਂ ਮੇਰੇ ਨਾਥਾਂ ਸਿੱਧਾਂ ਨੂੰ ਹੰਕਾਰ ਚੜ੍ਹਿਆ ਹੋਇਆ ਨਾ ਮੈਂ ਉਹ ਦੂਰ ਕਰਨਾ ਨਾਨਕ ਨਾਲ ਚਰਚਾ ਕਰਾ ਕੇ ਇਹਨਾਂ ਦਾ। ਅੰਦਰੋਂ ਤਾਂ ਕਿਸੇ ਖੂੰਜੇ ਵਿੱਚ ਖਿਆਲ ਸੀਗਾ ਵੀ ਜੇ ਕਿਤੇ ਨਾਨਕ ਸਾਡਾ ਚੇਲਾ ਬਣ ਜਾਵੇ। ਉਹ ਨਾਨਕ ਕਹਿੰਦੇ ਸੀ ਮੈਂ ਗੁਰੂ ਨਾਨਕ ਕਹਿਣਾ ਜੇ ਕਿਤੇ ਗੁਰੂ ਨਾਨਕ ਸਾਡਾ ਚੇਲਾ ਬਣ ਜਾਵੇ ਪ੍ਰਚਾਰ ਤਾਂ ਜਿਵੇਂ ਮਰਜ਼ੀ ਕਰੇ ਪਰ ਮੋਹਰ ਸਾਡੀ ਲੱਗ ਜੂ ਵੀ ਯਾਰ ਗੋਰਖਨਾਥ ਦਾ ਚੇਲਾ ਇੱਕ ਇੰਨਾ ਤਕੜਾ ਹੋਇਆ। ਕੋ ਸਤਨਾਮ। ਇਸ ਕਰਕੇ ਉਹ ਕਹਿੰਦਾ ਮੈਂ ਚਾਹੁੰਦਾ ਕਿ ਉਹ ਸਾਡਾ ਚੇਲਾ ਬਣ ਜਾਵੇ ਪਰ ਜੇ ਨਹੀਂ ਬਣਦਾ ਤੇ ਚਲੋ ਘੱਟੋ ਘੱਟ ਸਾਡੇ ਨਾਥਾਂ ਦਾ ਹੰਕਾਰ ਤਾਂ ਦੂਰ ਕਰ ਹੀ ਦੇਊਗਾ ਨਾ। ਚੁੱਪ ਕਰ ਜਾ। ਗੋਪੀ ਚੰਦ ਅਖੀਰ ਤੇ ਗਿਆ। ਫਿਰ ਜਾ ਕੇ ਮਿਲਦਾ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੜੇ ਪਿਆਰ ਨਾਲ ਮਿਲਦੇ ਆ ਗੱਲਬਾਤ ਹੁੰਦੀ ਹੈ। ਫਿਰ ਗੋਪੀ ਚੰਦ ਕਹਿੰਦਾ ਮਹਾਰਾਜ ਕਿਰਪਾ ਕਰੋ ਸਾਡੇ ਅਸਥਾਨ ਤੇ ਡੇਰੇ ਵਿੱਚ ਦਰਸ਼ਨ ਦਿਓ ਚਰਨ ਪਾਓ ਤੇ ਉਹਨੂੰ ਵੀ ਪਵਿੱਤਰ ਕਰੋ। ਫਿਰ ਪਾਤਸ਼ਾਹ ਜੀ ਗੋਰਖਨਾਥ ਦੇ ਟਿੱਲੇ ਤੇ ਪਹੁੰਚੇ ਜਿੱਥੇ ਗੋਪੀ ਚੰਦ ਵਰਗੇ ਸਾਰੇ ਸਿੱਧਨਾਥ ਇਕੱਠੇ ਹੋਏ। ਉੱਥੇ ਕੁਝ ਹੰਕਾਰੀ ਉੱਡ ਕੇ ਤਾਹਾਂ ਵਿਖਾਉਣ ਲੱਗੇ। ਕੁਝ ਹੰਕਾਰੀ ਬਾਬੇ ਨਾਨਕ ਦੇ ਕੋਲ ਬੈਠੇ ਆ ਕਹਿੰਦੇ ਵੇਖ ਸਾਡੇ ਤਾਂ ਬੰਦੇ ਆਏ ਉੱਡ ਲੈਂਦੇ ਆ ਜੇ ਤੂੰ ਸਾਡਾ ਚੇਲਾ ਬਣ ਜਾਵੇਂ ਤੈਨੂੰ ਅਸੀਂ ਇੱਦਾਂ ਦਾ ਬਣਾ ਦਿਆਂਗੇ ਉੱਡਣ ਲਾ ਦਿਆਂਗੇ। ਬਾਬਾ ਕਹਿੰਦੇ ਨਾ ਭਾਈ ਕਹਿੰਦੇ ਜਾਂ ਚੇਲਾ ਬਣ ਜਾ ਉੱਡ ਕੇ ਵਿਖਾ। ਕਹਿੰਦੇ ਨਹੀਂ ਮੈਥੋਂ ਤਾਂ ਉੱਡਿਆ ਨਹੀਂ ਜਾਂਦਾ। ਫਿਰ ਸਾਡਾ ਚੇਲਾ ਬਣ ਜਾ ਗੋਰਖਨਾਥ ਦਾ। ਕਹਿੰਦੇ ਨਾ ਮੈਂ ਤਾਂ ਪਹਿਲਾਂ ਹੀ ਬਣਿਆ ਕਿਸੇ ਦਾ ਚੇਲਾ। ਉਹ ਕਹਿਣ ਲੱਗੇ ਨਹੀਂ ਫਿਰ ਉੱਡ ਕੇ ਦਿਖਾ। ਜਦੋਂ 5-7 ਵਾਰੀ ਕਹਿਣਾ ਉੱਡ ਕੇ ਦਿਖਾ ਕਹਿੰਦੇ ਨਹੀਂ ਰਹਿੰਦੇ ਫਿਰ ਉੱਡ ਗਏ। ਕਹਿੰਦੇ ਹਾਂ ਸਾਹਮਣੇ ਖੜਾਮ ਪਈ ਸੀ ਲੱਕੜ ਦੀ ਲਾ ਕੇ ਰੱਖੀ ਹੋਈ ਪੈਰਾਂ 'ਚੋਂ ਆ ਉਸੇ ਖੜਾਮ ਨੂੰ ਕਹਿੰਦੇ ਸੁਣੀਏ ਕੌਂਸ ਹਮਾਰੀ ਹੋਈਏ ਆਕਾਸ਼ਚਾਰੀ।
ਉਹ ਖੜਾਮ ਉੱਡ ਗਈ ਲੱਕੜ ਦੀ, ਤੇ ਜਾ ਕੇ ਉਹਨਾਂ ਨੇ ਕੋਨੇ ਮੋਨੇ ਸਿਰਾਂ ਵਿੱਚ ਖੜਾਬ ਖੜਾਬ ਜਦ ਵੱਜਣ ਲੱਗੀ, ਸਾਰਿਆਂ ਦੀਆਂ ਸਮਾਧੀਆਂ ਟੁੱਟ ਗਈਆਂ। ਕੋਈ ਸਤਨਾਮ। ਤਾਂ ਇਸ ਤਰ੍ਹਾਂ ਗੁਰੂ ਪਿਆਰੋ ਫਿਰ ਸਾਰੇ ਥੱਲੇ ਡਿੱਗ ਪਏ, ਉਹਨਾਂ ਦਾ ਧਿਆਨ ਟੁੱਟ ਗਿਆ। ਧਿਆਨ ਜੋੜ ਕੇ ਉੱਡਦੇ ਸਨ ਜੋਗ ਮਤ ਨਾਲ, ਅਖੀਰ ਥੱਲੇ ਬੈਠੇ ਐ। ਫਿਰ ਗੋਪੀ ਚੰਦ ਵਰਗੇ ਇਹ ਕੁਝ ਭਰਥਰੀ ਚੰਦ, ਗੋਪੀ ਚੰਦ, ਘੁੱਗੂ ਨਾਥ, ਇਹ ਪੰਜ ਕੁ ਜਿਹੜੇ ਸਾਧ ਸਨ ਇਹ ਆਪਸ ਵਿੱਚ ਮੁਸ਼ਕ ਆਉਂਦੇ ਐ। ਕਹਿੰਦੇ ਕਰਾਲੀ ਜਿਹੜੀ ਕਰਾਉਣੀ ਸੀਗੀ ਇਹਨਾਂ ਨੇ ਐਂ ਕਰਾ ਕੇ ਟਿਕਣਾ ਸੀਗਾ, ਐਵੇਂ ਟਿਕਦੇ ਵੀ ਨਹੀਂ ਸੀ। ਖੈਰ ਉਹ ਗੋਪੀ ਚੰਦ ਚੰਗਾ ਭਜਨ ਬੰਦਗੀ ਵਾਲਾ ਹੋਇਆ, ਰਾਜਾ ਸੀ। ਭਰਥਰੀ ਵੀ ਰਾਜਾ ਸੀ। ਭਰਥਰੀ ਪੀਪੇ ਭਗਤ ਦਾ ਭਰਾ ਸੀ। ਕੋ ਸਤਨਾਮ। ਖੈਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖੋ, ਉਹ ਗੋਪੀ ਚੰਦ ਦੀ ਤਪੱਸਿਆ ਬੜੀ ਤਕੜੀ ਹੈ, ਜਿਹੜਾ ਆਪਣਾ ਸਭ ਕੁਝ ਛੱਡ ਕੇ 1 ਮਿੰਟ ਵਿੱਚ ਜਿਹੜਾ ਹੈ ਗੋਰਖਨਾਥ ਨਾਲ ਮਿਲ ਕੇ ਬਰਾਗੀ ਹੋਇਆ ਜੀ। ਜੋ ਬੈਰਾਗਵਾਨ ਜਨ ਭਾਰੇ, ਸਭ ਕੇ ਸਾਂਝੇ ਗੁਰੂ ਉਧਾਰੇ। ਔਰ ਗੋਪੀ ਚੰਦ ਦੀ ਰੀਸ ਕੌਣ ਕਰ ਸਕਦਾ? ਜਿਹੜੇ ਵੱਡੇ ਵੱਡੇ ਵਿਰਾਗਵਾਨ ਪੁਰਸ਼ ਹਨ ਉਹ ਸਾਰੇ ਗੁਰੂਆਂ ਦੇ ਸਾਂਝੇ ਹਨ, ਭਾਵ ਗੁਰੂ ਸਤਿਕਾਰ ਕਰਦੇ ਹੈ। ਕਿਉਂਕਿ 5ਵੇਂ ਪਾਤਸ਼ਾਹ ਸਾਈਂ ਮੀਆਂ ਮੀਰ ਨੂੰ ਪਿਆਰ ਕਰਦੇ ਆ, ਹੈ ਤਾਂ ਮੁਸਲਮਾਨ ਉਹ। ਹੁਣ ਜੇ ਕਹੀਏ ਵੀ ਕੀ ਗੱਲ ਬਈ ਅਸੀਂ ਸਿੱਖ ਹਾਂ ਮੁਸਲਮਾਨ ਕਿਹਦਾ? ਕਿਉਂਕਿ ਬ੍ਰਹਮ ਗਿਆਨੀਆਂ ਦੇ ਨਾਲ ਗੁਰੂਆਂ ਦਾ ਪਿਆਰ ਰਿਹਾ ਹੈ। ਕਿਉਂਕਿ ਬ੍ਰਹਮ ਗਿਆਨੀ ਦੀ ਨਾਮ ਜਪਣ ਵਾਲੇ ਭਗਤ ਸਿੱਖ ਦੀ ਕੋਈ ਜਾਤ ਪਾਤ ਨਹੀਂ ਹੁੰਦੀ। ਕੋਈ ਸਤਨਾਮ ਸੀ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਬਰਾਗਮਨ ਸਿੱਖ ਹੋਏ ਨੇ, ਸਾਧ ਹੋਏ ਨੇ, ਮੁਸਲਮਾਨਾਂ ਵਿੱਚ ਹੋਏ ਆ ਜਾਂ ਹਿੰਦੂਆਂ ਵਿੱਚ ਹੋਏ ਆ, ਇਹ ਸਾਰਿਆਂ ਦੇ ਸਾਂਝੇ ਹੁੰਦੇ ਨੇ। ਜਿਸ ਬਾਣੀ ਕੋ ਪੜਤ ਸੁਨੰਤੇ, ਸ਼ਾਂਤ ਵਿਰਾਗ ਗਿਆਨ ਉਪਜੰਤੇ। ਜਿਸ ਬਾਣੀ ਨੂੰ ਪੜ੍ਹ ਕਰਕੇ ਬੰਦੇ ਨੂੰ ਸ਼ਾਂਤੀ ਆਵੇ, ਵਿਰਾਗ ਆਵੇ, ਚੰਗਾ ਗਿਆਨ ਆਵੇ। ਇਸ ਵਿਦ ਕੀਨ ਜੋ ਸ਼ੁਭ ਮਤ ਬਾਣੀ, ਗੁਰਬਾਣੀ ਕੇ ਲਖੋ ਸਮਾਨੀ। ਕੋਈ ਗੱਲ ਨਹੀਂ, ਕੀ ਹੋਇਆ ਰਾਗੀਆਂ ਨੇ ਗਾ ਦਿੱਤਾ, ਬਚਨ ਤਾਂ ਉਹਨਾਂ ਨੇ ਵੀ ਪਰਮੇਸ਼ਰ ਦੀ ਭਗਤੀ ਦੇ ਗਾਏ ਹਨ। ਵੇਦ ਵਾਕ ਜੋ ਅਹੇ ਬਿਅਰਥ, ਸੁਰ ਮਨ ਕਹੇ ਜਨਾਏ ਅਨਰਥ। ਔਰ ਵੇਦਾਂ ਦੇ ਬਚਨ ਵੀ ਬਿਅਰਥ ਹਨ। ਦੇਵਤਾ ਮੁਨੀ ਉਚਾਰਨ ਕਰਕੇ ਜਦੋਂ ਉਹਨਾਂ ਦੇ ਉਲਟੇ ਅਰਥ ਸੁਣਾਉਂਦੇ ਹਨ। ਕੋਈ ਸਤਨਾਮ। ਉਦੋਂ ਵੇਦਾਂ ਦੀ ਬਾਣੀ ਵੀ ਸਾਡੇ ਕੰਮ ਦੀ ਨਹੀਂ। ਪਰ ਜੇ ਕਿਸੇ ਬੱਚੇ ਦੇ ਕੋਲੋਂ ਸਾਨੂੰ ਗਿਆਨ ਮਿਲ ਜਾਂਦਾ ਹੈ, ਕਿਸੇ ਸਾਧੂ ਕੋਲੋਂ ਗਿਆਨ ਦੀਆਂ ਗੱਲਾਂ ਮਿਲ ਜਾਂਦੀਆਂ ਤਾਂ ਉਹਨਾਂ ਦਾ ਵੀ ਕੋਈ ਮਾੜੀ ਗੱਲ ਨਹੀਂ। ਇੱਥੋਂ ਦੀ ਗੱਲ ਹੈ ਕਿਲ੍ਹਾ ਸਾਹਿਬ ਦੀ, ਮੈਂ ਆਪ ਜੀ ਨੂੰ ਦੱਸਾਂ। ਜਿਸ ਵੇਲੇ ਇੱਥੇ 10ਵੇਂ ਪਾਤਸ਼ਾਹ ਜੀ ਆਏ ਨਾ, ਤੇ ਪਾਤਸ਼ਾਹ ਜੀ ਨੂੰ ਬਠਿੰਡੇ ਦੀ ਸੰਗਤ ਇੱਥੇ ਲਿਆਈ ਹਾਜੀ ਰਤਨ ਤੋਂ, ਤੇ ਇੱਥੇ ਪਾਤਸ਼ਾਹ ਜੀ ਨੇ ਸਾਰਾ ਕਿਲ੍ਹਾ ਘੁੰਮ ਕੇ ਦੇਖਿਆ, ਤੇ ਇਹਦੇ ਮੋਹਰ ਦੀ ਦਰਿਆ ਵਗਦਾ ਹੁੰਦਾ ਸੀਗਾ ਪਾਣੀ ਦਾ, ਤੇ ਇੱਥੋਂ ਦੀ ਰਸਤਾ ਵੀ ਸੀਗਾ ਦਿੱਲੀ ਲਾਹੌਰ ਦਾ। ਤੇ ਇਹਨਾਂ ਦਿੱਲੀ ਲਾਹੌਰ ਜਾਣ ਵਾਲੇ ਗੱਡੀਆਂ ਵਾਲੇ ਇੱਥੋਂ ਦੇ ਲੰਘਿਆ ਕਰਦੇ ਸਨ। ਮਨੋਰੰਜਨ ਤਾਂ ਹੁਣ ਵੀ ਲੋਕ ਕਰਦੇ ਆ। ਪਹਿਲਾਂ ਟੇਪਾਂ ਹੁੰਦੀਆਂ ਸੀ, ਰੇਡੂਏ ਹੁੰਦੇ ਸੀ, ਹੁਣ ਮੋਬਾਈਲ ਆ ਗਏ। ਉਹਨਾਂ ਵੇਲਿਆਂ 'ਚ ਇਹ ਚੀਜ਼ਾਂ ਨਹੀਂ ਸੀ ਹੁੰਦੀਆਂ। ਉਦੋਂ ਫਿਰ ਲੋਕ ਕਲੀਆਂ ਗਾਉਂਦੇ, ਗੱਡਿਆਂ ਵਾਲੇ ਨੇ ਕਿਤੇ ਦੁਪਹਿਰਾ ਕੱਟਣਾ, ਉੱਥੇ ਲੋਕਾਂ ਦੇ ਬਹੁਤ ਯਾਦ ਹੁੰਦੀਆਂ ਕਲੀਆਂ, ਭਾਵ ਇਸੇ ਤਰ੍ਹਾਂ ਦੀਆਂ ਵਾਰਾਂ ਕਿਸੇ ਸੂਰਮਿਆਂ ਯੋਧਿਆਂ ਦੀਆਂ, ਕੋਈ ਆਸ਼ਕਾਂ ਦੀਆਂ ਵੀ ਗਾਉਂਦਾ, ਤੇ ਉਹ ਕਲੀਆਂ ਗਾਉਂਦੇ ਤੇ ਮਨੋਰੰਜਨ ਕਰ ਲੈਂਦੇ ਆਪਣਾ। ਕੀ ਹੋਇਆ, ਜਦੋਂ ਮੇਰੇ ਪ੍ਰੀਤਮ ਜੀ ਇਸ ਕਿਲੇ ਦੇ ਵਿੱਚ ਬੈਠੇ ਸਨ ਤੇ ਬਾਹਰ ਕੋਈ ਗੱਡਿਆਂ ਵਾਲੇ ਰੁਕੇ ਦਰਿਆ ਦੇ ਕਿਨਾਰੇ, ਔਰ ਗੱਡਿਆਂ ਵਾਲੇ ਜਿਹੜੇ ਸਨ ਉਹ ਕਲੀਆਂ ਗਾਉਣ ਲੱਗੇ। ਤੇ ਉਸ ਵੇਲੇ ਇੱਕ ਗੱਡੇ ਵਾਲੇ ਨੇ ਗੁਰੂ ਪਿਆਰਿਓ ਕਲੀ ਗਾਈ ਉੱਚੀ, ਲੈਲਾ ਮਜਨੂ ਦੀ। ਇਹ ਗਲੀਆਂ ਆਮ ਚੱਲਦੀਆਂ ਸਨ, ਤੇ ਉਹਦੇ ਵਿੱਚ ਕੋਈ ਸਤਿਗੁਰਾਂ ਦੇ ਸੰਗੀ ਸਾਥੀ ਸਿੱਖ ਵੀ ਜਾ ਕੇ ਖੜ ਗਏ। ਤੇ ਕਿਸੇ ਇੱਕ ਮਨੁੱਖ ਨੇ ਜਿਹੜਾ ਕੱਟੜ ਜਿਹਾ ਸੀਗਾ, ਉਹਨੇ ਆ ਕੇ ਸ਼ਿਕਾਇਤ ਲਾ ਦਿੱਤੀ, ਮਹਾਰਾਜ ਜੀ ਤੁਹਾਡੇ ਸਿੱਖ ਆਸ਼ਕਾਂ ਦੀਆਂ ਗੱਲਾਂ ਸੁਣੀ ਜਾਂਦੇ ਆ। ਕੋਈ ਸਤਨਾਮ। ਅੱਛਾ, ਕੌਣ ਗਾਉਂਦਾ ਹੈ ਜੀ? ਉਹ ਗੱਡਿਆਂ ਵਾਲੇ ਹੈ। ਜਾਓ ਬੁਲਾ ਕੇ ਲਿਆਓ ਉਹਨੂੰ। ਗੱਡਿਆਂ ਵਾਲੇ ਨੂੰ ਜਿਹੜਾ ਗਾਉਂਦਾ ਉਹਨੂੰ ਬੁਲਾ ਕੇ ਲਿਆਓ। ਉਹ ਬੁਲਾ ਲਿਆਂਦੇ। ਹਾਂ ਮਹਾਰਾਜ। ਕਹਿੰਦੇ ਉਹ ਕੀ ਗਾਉਂਦਾ ਹੈ, ਸਾਨੂੰ ਵੀ ਸੁਣਾ ਦੇ। ਕਹਿੰਦਾ ਨਾ ਮਹਾਰਾਜ ਤੁਹਾਡੇ ਸਾਹਮਣੇ ਨਹੀਂ ਗਾਇਆ ਜਾਂਦਾ। ਕੋਈ ਸਤਨਾਮ। ਸੰਗਤਾਂ ਲੱਗਦੀ ਆ ਵੀ ਮਹਾਂਪੁਰਸ਼ ਹੈਗੇ, ਹੁਣ ਕਿਵੇਂ ਸਾਹਮਣੇ ਕਿਵੇਂ ਸੁਣੀਏ ਚੀਜ਼ਾਂ। ਪਰ ਪਾਤਸ਼ਾਹ ਜਦੋਂ ਕਿਹਾ ਤੁਹਾਡੇ ਸਾਹਮਣੇ ਗਾਉਣਾ ਔਖਾ ਹੈ ਜੀ, ਪਾਤਸ਼ਾਹ ਕਹਿੰਦੇ ਪਰਦਾ ਕਰ ਦਿਓ ਉਹਦੇ ਮੂਹਰੇ, ਪਰਦੇ ਵਿੱਚ ਦੀ ਸੁਣਾ ਦੇ। ਤੇ ਜਦੋਂ ਉਹਨੇ ਚਾਦਰ ਪਰਦਾ ਕਰਕੇ ਤੇ ਉਹ ਸੁਣਾਇਆ, ਤੇ ਪਾਤਸ਼ਾਹ ਕਹਿੰਦੇ ਸਿੱਖੋ ਠੀਕ ਆ, ਇਹ ਆਸ਼ਕਾਂ ਦੀ ਕਹਾਣੀ ਹੈ,
पर ਇਹਦੇ ਵਿੱਚੋਂ ਵੀ ਤੁਸੀਂ ਗਿਆਨ ਲੈ ਸਕਦੇ ਹੋ। ਜਿਹੜਾ ਗੁਰਮੁਖ ਹੈ ਹੰਸੀ ਦੀ ਨਿਆਈ ਦੁੱਧ ਵਿੱਚੋਂ ਜਿਹੜਾ ਹੈ ਦੁੱਧ ਦੀਆਂ ਫੁੱਟੀਆਂ ਖਾ ਜਾਂਦਾ ਤੇ ਪਾਣੀ ਛੱਡ ਜਾਂਦਾ। ਹੁਣ ਦੇਖੋ ਇੱਕ ਲੈਲਾ ਜਿਹੜੀ ਆਪਣੇ ਆਸ਼ਕ ਦੇ ਪਿੱਛੇ ਲੱਗ ਕੇ ਗੁਰੂ ਪਿਆਰਿਓ ਆਈ ਤੇ ਉਸ ਨੂੰ ਲੈਲਾ ਮਜਨੂ ਆਸ਼ਕੀ ਚੌਂ ਚੱਕੀ ਜਾਤੀ ਭਾਈ ਗੁਰਦਾਸ ਜੀ ਨੇ 12 ਵਿੱਚ ਵੀ ਇਹ ਚੀਜ਼ ਲਿਖੀ। ਤੇ ਇਸੇ ਤਰ੍ਹਾਂ ਗੁਰੂ ਪਿਆਰਿਓ ਸਤਿਗੁਰੂ ਪਾਤਸ਼ਾਹ ਕਹਿੰਦੇ ਦੇਖੋ ਉਹ ਆਪਣੇ ਇੱਕ ਦੇ ਉੱਤੇ ਡਿਪੈਂਡ ਹੋ ਕੇ ਕਿਸੇ ਨੂੰ ਵੀ ਉਹਨਾਂ ਨੇ ਧਾਰਨ ਕਰ ਲਿਆ, ਉਹਨਾਂ ਦਾ ਆਪਸੀ ਪ੍ਰੇਮ ਪੈ ਗਿਆ ਤੇ ਉਹ ਇੱਕ ਦੂਜੇ ਦੇ ਪਿਆਰ ਪਿੱਛੇ ਮਰ ਗਏ, ਸਰੀਰ ਛੱਡਤੇ ਇੱਕ ਦੂਜੇ ਦੇ ਪਿੱਛੇ ਉਹਨਾਂ ਨੇ, ਚਾਹੇ ਕੁਝ ਵੀ ਹੋਏ। ਤੇ ਸਿੱਖੋ ਜੇ ਤੁਸੀਂ ਮੀਂਹ ਪੈਣ ਲੱਗ ਜੇ ਤੇ ਗੁਰੂ ਘਰ ਨਹੀਂ ਆਉਣਾ। ਕੋ ਸਤਿਨਾਮ। ਉਹ ਤਪਦੇ ਥਲਾਂ ਦੇ ਵਿੱਚ ਆਪਣੇ ਪਿਆਰੇ ਪਿੱਛੇ ਮਰ ਗਏ ਉਹ। ਪਰ ਸਿੱਖ ਜਿਹੜਾ ਹੈ ਉਸ ਦੇ ਵਾਸਤੇ ਵੀ ਹੁਕਮ ਹੈ, ਝੱਖੜ ਝਾਗੀ ਮੀਂਹੋਂ ਵਸੈ ਭੀ ਗੁਰ ਦੇਖਣ ਜਾਈ। ਜੇ ਗੁਰ ਝਿੜਕੇ ਤਾਂ ਮਿੱਠਾ ਲੱਗਦਾ ਲਾਗੈ, ਬਖਸ਼ੇ ਤਾਂ ਗੁਰ ਵਡਿਆਈ। ਉਸ ਵੇਲੇ ਪਾਤਸ਼ਾਹ ਜੀ ਨੇ ਇਸ ਚੀਜ਼ ਦਾ ਜਿਹੜਾ ਹੈ, ਜਿਵੇਂ ਆਮ ਨੌਜਵਾਨੇ 'ਚੋਂ ਤੱਤ ਪੁੱਠਾ ਲੈ ਜਾਂਦੇ ਆ, ਉਹ ਨਹੀਂ ਚੱਕਿਆ। ਪਾਤਸ਼ਾਹ ਨੇ ਚੰਗਾ ਉਪਦੇਸ਼ ਦੇ ਕੇ ਸੰਗਤਾਂ ਨੂੰ ਸਮਝਾਇਆ। ਮੈਂ ਠੀਕ ਹੈ, ਮਨੋਰੰਜਨ ਕਰਦੇ ਨੇ, ਕਰੀ ਜਾਣ ਦਿਓ, ਕੋਈ ਗੱਲ ਨਹੀਂ, ਇਹਨਾਂ ਦਾ ਕੰਮ ਹੈ, ਪਰ ਤੁਸੀਂ ਇਹਦੇ ਵਿੱਚੋਂ ਵੀ ਗਿਆਨ ਲੈ ਸਕਦੇ ਹੋ। ਭਾਈ ਗੁਰਦਾਸ ਜੀ ਬਾਹਰੋਂ ਆਏ ਨੇ, ਮੁੜ ਕੇ ਗੋਇੰਦਵਾਲ ਸਾਹਿਬ ਵੱਲ ਨੂੰ ਆ ਰਹੇ ਨੇ, ਜਿੱਥੇ ਸਤਿਗੁਰੂ ਅਰਜਨ ਦੇਵ ਜੀ ਕੋਈ ਸਮਾਂ ਰਹੇ ਨੇ। ਤੇ ਗੁਰੂ ਪਿਆਰਿਓ ਬਿਆਸਾ ਦਰਿਆ ਨੂੰ ਪਾਰ ਕੀਤਾ ਤੇ ਪਾਰ ਕਰਕੇ ਇਹਨਾਂ ਦੇ ਮਨ 'ਚ ਇੱਕ ਫੁਰਨਾ ਆ ਰਿਹਾ ਹੈ ਵੀ ਯਾਰ ਜਿਹੜਾ ਅੱਗੇ ਗੁਰੂ ਆਪਣਾ ਪੁੱਤਰ ਬਣਾਇਆ ਗੁਰੂ ਅਰਜਨ ਦੇਵ ਰਾਮਦਾਸ ਪਾਤਸ਼ਾਹ ਜੀ ਨੇ, ਉਹ ਪਤਾ ਨਹੀਂ ਕਾਬਲ ਵੀ ਹੈ ਕਿ ਨਹੀਂ। ਔਰ ਤੁਰੇ ਜਾ ਰਹੇ ਸੀ ਤੇ ਅੱਗੇ ਬੱਚੇ ਕੁਝ ਗੁੱਲੀ ਡੰਡਾ ਵਗੈਰਾ ਖੇਡ ਰਹੇ ਸੀਗੇ। ਤੇ ਖੇਡਦਿਆਂ ਇੱਕ ਬੱਚੇ ਦੇ ਮੂੰਹ 'ਚੋਂ ਕਿਸੇ ਕਾਰਨ ਗੱਲ ਨਿਕਲੀ, ਕਹਿੰਦੇ ਉਹ ਗੁਰੂ ਜੋ ਕਰਦਾ ਚੰਗਾ ਹੀ ਕਰਦਾ। ਕੋ ਸਤਿਨਾਮ। ਇਸੇ ਗੱਲ ਦੇ ਵਿੱਚੋਂ ਭਾਈ ਗੁਰਦਾਸ ਨੇ ਗਿਆਨ ਲੈ ਲਿਆ। ਕਹਿੰਦੇ ਕਿੱਡਾ ਮੂਰਖ ਹੈ ਤੂੰ। ਇਹ ਬੱਚੇ ਗੁਰੂਆਂ ਤੇ ਭਰੋਸਾ ਕਰਕੇ ਕਹਿ ਰਹੇ ਆ ਗੁਰੂ ਜੋ ਕਰਦਾ ਠੀਕ ਹੀ ਕਰਦਾ ਹੈ, ਤੇ ਮਨਾ ਤੂੰ ਚੱਕ ਲਿਆ ਫੁਰਨਾ। ਪਤਾ ਨਹੀਂ ਜਿਹੜਾ ਅਗਲਾ ਗੁਰਤਾ ਗੱਦੀ ਤੇ ਬਿਠਾਇਆ ਗੁਰੂ, ਉਹ ਕਾਬਲ ਵੀ ਹੈ ਕਿ ਨਹੀਂ। ਜਦੋਂ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚਿਆ ਲੈ ਕੇ ਜਥੇ ਨੂੰ ਭਾਈ ਸਾਹਿਬ ਜੀ ਗੁਰਦਾਸ ਜੀ, ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮਾਮਾ ਜੀ, ਫਿਰ ਉਹ ਬੱਚੇ ਕੀ ਕਹਿੰਦੇ ਸੀਗੇ, ਉਹ ਤਾਂ ਪੈਰੀ ਪੈ ਕੇ ਲੰਮਾ ਪੈ ਗਿਆ, ਰੋਣ ਲੱਗ ਗਿਆ ਬਰਾਗ ਦੇ ਵਿੱਚ ਵੀ ਦੇਖੋ ਅੰਤਰਜਾਮੀ ਹੈ। ਗੁਰੂ ਨੇ ਵੀ ਦੱਸਤਾ ਵੀ ਹਾਂ ਮੈਂ ਜਾਣਦਾ ਸਭ ਕੁਝ, ਸ਼ੰਕਾ ਨਹੀਂ ਗੁਰੂ ਤੇ ਕਰੀਦਾ ਹੁੰਦਾ। ਕਹਿੰਦੇ ਮਹਾਰਾਜ ਹੁਣ ਤੁਹਾਨੂੰ ਸਾਰਾ ਪਤਾ ਹੀ ਹੈ ਜੋ ਕਹਿੰਦੇ ਸੀ। ਕਹਿੰਦੇ ਨਹੀਂ ਤੂੰ ਕੀ ਸੋਚਿਆ ਸੀਗਾ। ਬਸ ਮਹਾਰਾਜ ਜੋ ਸੋਚਿਆ ਗਿਆ, ਪਰ ਮੇਰਾ ਫੁਰਨਾ ਉੱਥੇ ਹੀ ਤੁਸੀਂ ਬੱਚਿਆਂ ਦੇ ਰਾਹੀਂ ਖਤਮ ਕਰ ਦਿੱਤਾ। ਤੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਭਜਨ ਬੰਦਗੀ ਵਾਲੇ ਹੁੰਦੇ ਆ, ਉਹਨਾਂ ਦੇ ਬਚਨ ਗਿਆਨ ਦੇਣ ਵਾਲੇ ਹੁੰਦੇ ਹਨ, ਤਾਂ ਉਹ ਚੰਗੇ ਹਨ। ਪਰ ਜੇ ਵੇਦਾਂ ਦੀ ਬਾਣੀ ਜਿਹਦੇ ਗਲਤ ਅਰਥ ਕੱਢੇ ਜਾਣ ਜਾਂ ਗਲਤ ਅਰਥਾਂ ਦੇ ਵਿੱਚ ਹੋਵੇ, ਜਿਵੇਂ ਆ ਇੰਦਰ ਦੇਵਤਾ ਕਹਿੰਦੀ ਆ ਇੰਦਰ ਨੂੰ, ਮੈਂ ਤਾਂ ਕਹਿੰਦਾ ਨਹੀਂ ਦੇਵਤਾ ਇਸ ਨੂੰ, ਗੌਤਮ ਤਪੇ ਦੇ ਘਰੇ ਵਗ ਗਿਆ ਸੀ। ਕੋ ਸਤਨਾਮ। ਗਲਤ ਸੋਚ ਨਾਲ ਹੁਣ ਇਹਦੇ ਪਰਥਾਏ ਗੁਰੂ ਪਿਆਰਿਓ ਵੇਦਾਂ ਦੇ ਵਿੱਚ ਇਹਨਾਂ ਸਾਰੇ ਦੇਵਤਿਆਂ ਬਾਰੇ ਲਿਖਿਆ ਹੋਇਆ। ਹੁਣ ਉਹ ਸੰਸਕ੍ਰਿਤ ਵਿੱਚ ਹੈ, ਜਣੇ ਖਣੇ ਨੂੰ ਸਮਝ ਨਹੀਂ ਆਉਂਦੀ। ਪਰ ਇੱਕ ਸਾਧੂ ਹੋਇਆ, ਉਸ ਨੇ ਫਿਰ ਉਸ ਤੋਂ ਬਾਅਦ ਸ਼੍ਰੋਮਣੀ ਪੰਥ, ਖਾਲਸਾ ਪੰਥ ਤੇ ਸ਼੍ਰੋਮਣੀ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ। ਇੱਕ ਪੁਸਤਕ ਲਿਖੀ ਉਸ ਨੇ, ਦੰਡੀ ਸੰਨਿਆਸੀ ਆ ਉਹ। ਤੇ ਉਸ ਨੇ ਗੁਰੂ ਪਿਆਰਿਓ ਫਿਰ ਉਸ ਪੁਸਤਕ ਦੇ ਵਿੱਚ ਕੁਝ ਵੇਦਾਂ ਦੇ ਉਹ ਪੰਕਤੀਆਂ ਦੇ ਅਰਥ ਕਰਕੇ ਵੀ ਲਿਖੇ ਹਨ, ਜਿਨ੍ਹਾਂ ਦੇ ਅਰਥ ਇੱਥੇ ਸੁਣਾਉਣ ਯੋਗ ਨਹੀਂ ਹੈਗੇ। ਕੋ ਸਤਨਾਮ। ਸਾਨੂੰ ਤਾਂ ਹੀ ਪਤਾ ਲੱਗਿਆ ਨਾ ਵੀ ਸੰਸਕ੍ਰਿਤ ਪੜ੍ਹਨ ਵਾਲੇ ਦੱਸਿਆ ਵੀ ਆ ਕੀ ਲਿਖਿਆ। ਇੰਦਰ ਕੀ ਖਾਂਦਾ ਸੀਗਾ, ਇੰਦਰ ਦੀ ਸੇਵਾ ਉਹਦੀ ਇੰਦਰਾਣੀ ਘਰ ਵਾਲੀ ਕਿਵੇਂ ਕਰਦੀ ਸੀ, ਇਹ ਸਾਰੀਆਂ ਗੱਲਾਂ ਸੰਸਕ੍ਰਿਤ ਵਿੱਚ ਲਿਖੀਆਂ ਹੋਈਆਂ। ਤਾਈਓ ਪਾਤਸ਼ਾਹ ਕਹਿੰਦੇ ਵੇਦ ਵਾਕ ਜੋ ਆਹੈ ਬੇਅਰਥ, ਉਹ ਵੇਦਾਂ ਦੇ ਬਚਨ ਵੀ ਬੇਅਰਥ ਹੈ। ਸੁਰਮਾ ਨੂੰ ਕਹੇ ਜਨਾਏ ਅਨਰਥ, ਜਿਨ੍ਹਾਂ ਨੂੰ ਦੇਵਤਿਆਂ ਦੇ ਬਚਨ ਕਿਹਾ ਜਾਂਦਾ, ਲਿਖੇ ਬ੍ਰਾਹਮਣਾਂ ਨਹੀਂ ਹੈ, ਪਰ ਉਹਨਾਂ ਲਿਖ ਦਿੱਤਾ ਕਿ ਇਹ ਵੇਦਾਂ ਦੀ ਬਾਣੀ ਦੇਵਤਿਆਂ ਦੀ ਉਚਾਰੀ ਬਾਣੀ ਹੈ। ਪਰ ਇਹ ਉਹਨਾਂ ਲੋਕਾਂ ਨੇ ਲਿਖੀ ਹੈ ਜੋ ਆਰੀਅਨ ਲੋਕ ਇਸ ਭਾਰਤ ਵਰਸ਼ ਦੇ ਵਿੱਚ ਆ ਕੇ ਬ੍ਰਾਹਮਣ ਬਣ ਗਏ ਤੇ ਸਾਨੂੰ ਸਾਰਿਆਂ ਨੂੰ ਸ਼ੂਦਰ ਬਣਾ ਦਿੱਤਾ। ਸਾਨੂੰ ਚਾਰ ਵਿੱਚ ਵੰਡ ਕੇ ਸਾਡੀਆਂ ਲੜਾਈਆਂ ਕਰਾ ਦਿੱਤੀਆਂ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਬਣਾਤਾ, ਆਪ ਇੱਥੋਂ ਦਾ ਮਾਲਕ ਬਣ ਕੇ ਬਹਿ ਗਿਆ। ਇਸ ਕਰਕੇ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਵੀ ਲਿਖੀਆਂ। ਪ੍ਰੀਤਮ ਜੀ ਕਹਿੰਦੀ ਉਹ ਬੇਅਰਥ ਹੈ।
ਜਿਹਦੇ ਪ੍ਰਥਾਏ ਲਿਖਿਆ ਕਿ ਦੇਵੀ ਮੁਨ ਦੇਵਤਾ ਜਾਂ ਰਿਸ਼ੀ ਉਚਾਰਨ ਕਰਕੇ ਗਏ ਨੇ, ਪਰ ਉਹਨਾਂ ਦੇ ਅਰਥ ਗਲਤ ਨਿਕਲਦੇ ਹਨ। ਇਸ ਕੋ ਤਿਆਗ ਕਰਨ ਪਲ ਜਾਨੋ, ਗਹਿ ਜੋ ਤਾਹਾ ਸੋ ਨਰਕ ਪਿਆਨੋ। ਔਰ ਜਿਹੜਾ ਇਹੋ ਜਿਹੇ ਬਚਨ ਪੜ੍ਹੇਗਾ ਵੇਦਾਂ ਦੀ, ਉਹ ਬਾਣੀ ਜਿਹੜੀ ਮਨੁੱਖ ਨੂੰ ਗਲਤ ਰਸਤੇ ਲੈ ਜਾਂਦੀ ਹੈ, ਜਿਵੇਂ ਗੁਰੂ ਪਿਆਰਿਓ ਉਹਦੇ ਵਿੱਚ ਬੰਦੇ ਨੂੰ ਬੰਦੇ ਦੇ ਉਲਟ ਐਂਟੀ ਕੀਤਾ ਗਿਆ, ਇਹੋ ਜਿਹੇ ਵੀ ਸ਼ਬਦ ਲਿਖੇ ਹੈ। ਜਿਹੜਾ ਸ਼ੂਦਰ ਹੈ ਉਹ ਰਾਮ ਨਹੀਂ ਜਪ ਸਕਦਾ, ਇਹ ਵੀ ਉਹਨਾਂ ਵਿੱਚ ਲਿਖਿਆ ਉਹਨਾਂ ਲੋਕਾਂ ਨੇ। ਜਿਹੜਾ ਸ਼ੂਦਰ ਹੈ ਜੀ ਉਹ ਰਾਮ ਜਪਦਾ, ਉਹਦੇ ਕੰਨ ਵਿੱਚ ਸਿੱਕਾ ਢਾਲ ਕੇ ਪਾ ਦਿਓ, ਉਹਦੀ ਜੀਭ ਕੱਟ ਦਿਓ। ਔਰ ਇਸ ਕਰਕੇ ਗੁਰੂ ਪਿਆਰਿਓ ਉਹਨਾਂ ਨੇ ਜਿਹੜੇ ਬ੍ਰਾਹਮਣ ਬਣ ਕੇ ਇੱਥੇ ਆਏ, ਉਹਨਾਂ ਨੇ ਭਾਰਤ ਵਰਸ਼ 'ਤੇ ਕਬਜ਼ਾ ਕਰਨ ਵਾਸਤੇ ਗੁਰੂ ਪਿਆਰਿਓ ਸਾਨੂੰ ਸਭ ਨੂੰ ਸ਼ੂਦਰ ਬਣਾ ਦਿੱਤਾ। ਇਸੇ ਕਰਕੇ ਹੀ ਸਤਿਗੁਰੂ ਪਾਤਸ਼ਾਹ ਕਹਿੰਦੇ, ਜਵਲਾ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਇਹ ਬ੍ਰਾਹਮਣਾਂ ਦੇ ਬਣਾਏ ਕਰਮਕਾਂਡ ਮੇਰਾ ਸਿੱਖ ਨਹੀਂ ਮੰਨੂਗਾ। ਇਸ ਕਰਕੇ ਇਹਨਾਂ ਨੂੰ ਤਿਆਗਣਾ ਹੀ ਠੀਕ ਹੈ ਵੇਦਾਂ ਨੂੰ। ਉਹ ਬਾਲਕ ਨੇ ਬਾਗੁਚਾਰਾ, ਜਿਸਮੇ ਸਾਰ ਭਲੇ ਨਿਰਤਾਰਾ। ਜੇ ਕਿਸੇ ਬੱਚੇ ਦੀ ਗੱਲ ਕਹੀ ਹੋਵੇ ਜਿਹਦੇ ਵਿੱਚੋਂ ਕੋਈ ਸਾਰ ਤੱਤ ਨਿਕਲਦਾ ਹੋਵੇ, ਜਿਵੇਂ ਭਾਈ ਗੁਰਦਾਸ ਜੀ ਨੇ ਉਹ ਬੱਚੇ ਦੀ ਗੱਲ ਚੋਂ ਤੱਤ ਕੱਢ ਲਿਆ ਵੀ ਯਾਰ ਮਣਾ ਤੂੰ ਸੋਚੀ ਜਾਂਦਾ ਵੀ ਰਾਮਦਾਸ ਪਾਤਸ਼ਾਹ ਜੀ ਨੇ ਜਿਹੜਾ ਅਗਲਾ ਗੁਰੂ ਬਣਾਇਆ, ਪਤਾ ਨਹੀਂ ਕਾਬਲ ਹੈ ਕਿ ਨਹੀਂ ਹੈ, ਪਰ ਬੱਚੇ ਕੀ ਕਹੀ ਜਾਂਦੇ ਹੈ ਕਿ ਗੁਰੂ ਜੋ ਕਰਦਾ ਠੀਕ ਹੀ ਕਰਦਾ ਹੈ। ਕਿਸੇ ਬੱਚੇ ਦੀ ਬਚਨ ਵਿੱਚੋਂ ਕੋਈ ਤੱਤ ਨਿਕਲਦਾ ਹੋਵੇ, ਉਹ ਮੰਨਣ ਯੋਗ ਹੈ। ਇਸ ਕੋ ਮਾਨ ਲੈਨ ਸ਼ੁਭ ਜਾਨੋ, ਸੋ ਨਰ ਕਰੇ ਵਿਕਾਰ ਨਿਹਾਨੋ। ਔਰ ਜੇ ਸਾਨੂੰ ਉਹ ਬਚਨ ਮੰਨ ਲੈਣਾ ਚਾਹੀਦਾ ਹੈ ਜਿਸ ਬਚਨ ਨੂੰ ਮੰਨਣ ਦੇ ਨਾਲ ਸਾਡੇ ਵਿਕਾਰ ਦੂਰ ਹੁੰਦੇ ਹੋਣ। ਜਿਸਮੇ ਪਰਮੇਸ਼ਰ ਜਸ ਕਹਿਓ, ਸਾਰ ਅਸਾਰ ਵਿਚਾਰਨ ਲਹਿਓ। ਜਿਸ ਬਚਨ ਦੇ ਵਿੱਚ ਪਰਮੇਸ਼ਰ ਦੀ ਜਾਣਕਾਰੀ ਹੋਵੇ, ਜਿਹਦੇ ਵਿੱਚ ਸਾਰ ਅਸਾਰ ਚੰਗੇ ਮਾੜੇ ਦਾ ਗਿਆਨ ਹੋਵੇ, ਇਹ ਗ੍ਰਹਿਣ ਕਰਨ ਯੋਗ ਹੈ, ਇਹ ਛੱਡਣ ਯੋਗ ਹੈ। ਸਾਰ ਤੱਤ ਹੋਵੇ ਜਿਸ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਹੋਵੇ। ਹੁਣ ਦੇਖੋ ਨਾ, ਗੁਰਬਾਣੀ ਵਿੱਚ 36 ਜਣੇ ਜਿਹੜੇ ਹਨ ਇਕੱਠੇ ਬੈਠੇ ਹਨ, 15 ਭਗਤ 11 ਭੱਟ। ਗੁਰੂ ਪਿਆਰਿਓ ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਬਾਣੀ ਹੈ, 4 ਗੁਰਮੁਖਾਂ ਦੀ ਬਾਣੀ ਹੈ। 36 ਪਰਮੇਸ਼ਰ ਦੇ ਪਿਆਰਿਆਂ ਦੇ ਬਚਨ ਇੱਕ ਪਰਮੇਸ਼ਰ ਨੂੰ ਹੀ ਸਲਾਉਂਦੇ ਹਨ। ਕਹੋ ਸਤਿਨਾਮ। ਬਸ ਉਹਨਾਂ ਨੂੰ ਹੀ ਇਕੱਤਰ ਕੀਤਾ ਪੰਜਵੇਂ ਪਾਤਸ਼ਾਹ ਜੀ ਨੇ, ਜਿਹੜੇ ਇੱਕ ਪਰਮੇਸ਼ਰ ਦੀ ਗੱਲ ਕਰਦੇ ਹੈ। ਹੁਣ ਇੱਥੇ ਨਾ ਕੋਈ ਜਾਤ ਵੇਖੀ ਹੈ, ਇਹਦੇ ਵਿੱਚ ਰਵਿਦਾਸ ਜੀ ਵੀ ਬੈਠੇ ਹੈ, ਤਾਂ ਇਹਦੇ ਵਿੱਚ ਪੰਡਿਤ ਜੈਦੇਵ ਦਾ ਬਚਨ ਵੀ ਹੈ। ਸਾਰੇ ਬ੍ਰਾਹਮਣਾਂ ਨੂੰ ਮਾੜਾ ਨਹੀਂ ਕਹਿ ਸਕਦੇ। ਪੰਡਿਤ ਜੈਦੇਵ ਜਿਸ ਨੇ ਗੋਬਿੰਦ ਗੀਤ ਗ੍ਰੰਥ ਲਿਖਿਆ, ਉਹਦਾ ਵੀ ਇੱਕ ਸ਼ਬਦ ਉਚਾਰਿਆ ਹੋਇਆ ਸਤਿਗੁਰ ਨੇ ਬਾਣੀ ਵਿੱਚ ਚੜਾਇਆ। ਭਗਤ ਤਲੋਚਨ ਦੀ ਗੱਲ ਵੀ ਹੈ, ਜਿਸ ਦੇ ਨਾਲ ਭਗਤ ਨਾਮਦੇਵ ਦੀ ਗੱਲ ਵੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦੇ ਬਚਨਾਂ ਦੇ ਨਾਲ ਸਾਡਾ ਭਲਾ ਹੁੰਦਾ ਹੋਵੇ, ਉਹ ਬਚਨ ਸੁਣਨੇ ਕੋਈ ਮਾੜੇ ਨਹੀਂ ਹੁੰਦੇ। ਪਰ ਜਿਹੜੇ ਬਚਨ ਸਾਨੂੰ ਗਲਤ ਰਸਤੇ ਲੈ ਜਾਂਦੇ ਹੋਣ, ਚਾਹੇ ਉਹ ਵੇਦਾਂ ਵਿੱਚ ਵੀ ਕਿਉਂ ਨਾ ਲਿਖੇ ਹੋਣ, ਚਾਹੇ ਉਹ ਬ੍ਰਾਹਮਣ ਵੀ ਕਿਉਂ ਨਾ ਕਹਿ ਰਿਹਾ ਹੋਵੇ, ਉਹਨਾਂ ਨੂੰ ਤਿਆਗਣਾ ਹੀ ਯੋਗ ਹੈ, ਛੱਡਣਾ ਹੀ ਯੋਗ ਹੈ। ਕਿਉਂਕਿ ਬੜੇ ਹੀ ਕਰਮਕਾਂਡ ਬਣਾ ਦਿੱਤੇ। ਇੱਕ ਮੇਰੇ ਛੋਟੀ ਜੀ ਗੱਲ ਯਾਦ ਆ ਗਈ। ਜਿਵੇਂ ਕਹਿੰਦੇ ਆ ਦੁਸ਼ਹਿਰੇ ਨੂੰ ਗੜ ਪੰਛੀ ਮਿਲ ਜਾਵੇ ਤੇ ਬੜਾ ਚੰਗਾ ਹੁੰਦਾ, ਪਰ ਜੇ ਅੱਗੇ ਪਿੱਛੇ ਮਿਲ ਜਾਵੇ ਬੜਾ ਨੁਕਸਾਨ ਹੁੰਦਾ। ਹੁਣ ਇੱਕ ਜ਼ਿਮੀਂਦਾਰ ਉਹ ਇਹ ਗੱਲ ਨਹੀਂ ਸੀ ਸਮਝਦਾ, ਨਹੀਂ ਸੀ ਮੰਨਦਾ, ਉਹ ਇੰਨਾ ਕਰਮਕਾਂਡ ਨਹੀਂ ਮੰਨਦਾ ਸੀਗਾ। ਕੁਦਰਤੀ ਖੇਤੋਂ ਪਾਣੀ ਲਾ ਕੇ ਮੁੜੇ ਆਉਂਦੇ ਨੂੰ ਕਿਤੇ ਮਰਿਆ ਗੜ ਪੰਛੀ ਮਿਲ ਗਿਆ। ਉਹਦੇ ਦਿਮਾਗ ਵਿੱਚ ਗੱਲ ਸੁੱਝੀ, ਉਹਨੇ ਚੱਕਿਆ ਤੇ ਖੇਸ ਦੇ ਵਿੱਚ ਬੁੱਕਲ ਦੇ ਲਪੇਟ ਲਿਆ ਤੇ ਸਿੱਧਾ ਪੰਡਤਾਂ ਦੇ ਘਰੇ ਚਲਿਆ ਗਿਆ। ਕਹਿਣ ਲੱਗਿਆ, ਪੰਡਤ ਜੀ ਮੈਨੂੰ ਐਂ ਦੱਸੋ, ਜੇ ਗੜ ਪੰਛੀ ਮਿਲ ਜਾਵੇ ਤੇ ਉਹਦਾ ਕੀ ਫਲ ਹੁੰਦਾ? ਬੜੇ ਫਲ ਬਣਾਏ ਆ ਇਹਨਾਂ ਨੇ। ਉਹ ਕਹਿਣ ਲੱਗਿਆ, ਗੜ ਪੰਛੀ ਜੇ ਦੁਸ਼ਹਿਰੇ ਵਾਲੇ ਦਿਨ ਮਿਲ ਜਾਵੇ ਤੇ ਬੜਾ ਚੰਗਾ ਹੁੰਦਾ, ਜੇ ਅੱਗੇ ਪਿੱਛੇ ਮਿਲ ਜਾਵੇ ਤੇ ਫਿਰ ਬਹੁਤ ਮਾੜਾ ਹੁੰਦਾ ਹੈ। ਤੇ ਕਹਿੰਦੀ ਉਸ ਜ਼ਿਮੀਂਦਾਰ ਨੇ ਕੱਢ ਕੇ ਬੁੱਕਲ ਚੋਂ, ਫਿਰ ਕਹਿੰਦਾ ਜੇ ਮਰਿਆ ਹੋਇਆ ਮਿਲ ਜੇ ਫਿਰ ਤਾਂ ਕਹਿੰਦਾ ਬਹੁਤ ਮਾੜੇ ਭਾਗ ਹੈ, ਤੇ ਕੱਢ ਕੇ ਬੁੱਕਲ ਚੋਂ ਉਹਦੇ ਮੂਹਰੇ ਰੱਖਦਾ। ਕਹਿੰਦੇ ਹੁਣ ਦੱਸ ਕਾ, ਹੁਣ ਬ੍ਰਾਹਮਣ ਕਿੱਧਰ ਭੱਜੇਗਾ? ਕੋ ਸਤਿਨਾਮ। ਲੈ ਵੀ ਤੂੰ ਵੀ ਦੇਖ ਲਿਆ ਹੁਣ ਮਰਿਆ ਹੋਇਆ, ਤੇ ਮੈਂ ਵੀ ਦੇਖ ਲਿਆ, ਹੁਣ ਦੱਸ। ਫਿਰ ਉਹ ਚੁੱਪ ਕਰ ਗਿਆ। ਇਸ ਕਰਕੇ ਸਿੱਖ ਜਿਹੜਾ ਹੈ, ਇਹਨਾਂ ਕਰਮਕਾਂਡਾਂ ਨੂੰ ਭਾਵੇਂ ਦੁਨੀਆ ਉਹਨਾਂ ਨੂੰ ਵੇਦਾਂ ਦੀ ਬਾਣੀ, ਦੇਵਤਿਆਂ ਦੀ ਬਾਣੀ ਕਹੀ ਜਾਵੇ, ਨਹੀਂ ਮੰਨਣ ਯੋਗ ਹੁੰਦੇ। ਅਵਤਾਰਨ ਕੀ ਕਥਾ ਮਹਾਨੀ, ਰਾਮ ਕ੍ਰਿਸ਼ਨ ਆਦਿਕ ਗੁਣ ਖਾਨੀ। ਜਿਹੜੇ ਅਵਤਾਰ ਹੋਏ ਨੇ ਸਮੇਂ ਸਮੇਂ ਦੇ, ਰਾਮਚੰਦਰ ਹੋਏ ਆਪਣੇ ਸਮੇਂ ਦਾ, ਇਹ ਰਾਜੇ ਅਵਤਾਰ ਹੋਏ ਨੇ।
ਪਾਤਸ਼ਾਹ ਦਾ ਬਚਨ ਹੈ 10 ਅਵਤਾਰ ਰਾਜੇ ਹੋਏ ਵਰਤੇ। ਅਵਤਾਰ ਦਾ ਅਰਥ ਹੈ ਦੁਨੀਆ 'ਚ ਉਤਰਨਾ। ਜਿਵੇਂ ਕਬੀਰ ਸਾਹਿਬ ਜੀ ਦਾ ਬਚਨ ਹੈ ਅਵਤਰ ਆਏ ਕਹਾਂ ਤੁਮ ਕੀਨਾ ਰਾਮ ਕੋ ਨਾਮ ਨ ਕਬਹੂ ਲੀਨਾ। ਵੀ ਤੁਸੀਂ ਦੁਨੀਆ 'ਚ ਆਏ ਹੈ ਮਨੁੱਖ, ਤੁਸੀਂ ਨਾਮ ਨਹੀਂ ਜਪਿਆ ਤਾਂ ਤੁਹਾਡਾ ਇੱਥੇ ਉਤਰਨ ਦਾ ਭਾਵ ਜਨਮ ਲੈਣ ਦਾ ਕੀ ਫਾਇਦਾ ਹੋਇਆ। ਤਾਂ ਉਹ ਅਵਤਾਰ ਜਿਹੜੇ ਰਾਜੇ ਹੋ ਕੇ ਆਏ, ਭਗਤ ਪ੍ਰਹਿਲਾਦ, ਭਗਤ ਧਰੂਪ ਵਰਗੇ ਇਹ ਵੀ ਰਾਜਿਆਂ ਦੇ ਪੁੱਤਰ ਪਰ ਭਗਤ ਵੀ ਹੋਏ, ਅਵਤਾਰ ਵੀ ਹੋਏ। ਇਵੇਂ ਰਾਮ ਕ੍ਰਿਸ਼ਨ ਆਦਿ ਇਹ ਗੁਣਾਂ ਦੀ ਖਾਣ ਭਾਵ ਇਹਨਾਂ ਨੇ ਵੀ ਦੁਨੀਆ ਦਾ ਮਾਰਗਦਰਸ਼ਨ ਕਰਨਾ ਕੀਤਾ ਹੈ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਕਲਯੁਗ ਆਪ ਨਾਨਕ ਅੰਗਦ ਅਮਰ ਕਹਾਇਓ। ਇਸ ਕਰਕੇ ਜਿਨ੍ਹਾਂ ਅਵਤਾਰਾਂ ਨੇ ਦੁਨੀਆ ਦਾ ਮਾਰਗਦਰਸ਼ਨ ਕੀਤਾ ਉਹ ਠੀਕ ਸਨ, ਉਹ ਗੁਣਾਂ ਦੀ ਖਾਣ ਹਨ। ਸਤਿਗੁਰ ਸ੍ਰੀ ਨਾਨਕ ਤੇ ਆਦ ਵਰਣਨ ਕਰਿਓ ਪ੍ਰਸੰਗ ਸਵਾਦ। ਸਤਿਗੁਰ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ ਸੰਵਾਦ ਪ੍ਰਸੰਗ ਵਰਣਨ ਕੀਤਾ ਜਾਂਦਾ ਸੀ, ਭਾਵ ਲੋਕ ਕਹਾਣੀਆਂ ਸੁਣਾਉਂਦੇ ਸੀਗੇ। ਬਾਗੜ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਗੁਰੂ ਪਿਆਰਿਓ ਆਪਣੇ ਤਾਂ ਜਿਹੜੇ ਕਲਾਕਾਰ ਆ ਉਹ ਬਹੁਤ ਗਲਤ ਗੀਤ ਗਾਉਣੇ ਸ਼ੁਰੂ ਕਰ ਦਿੱਤੇ, ਪਰ ਹਰਿਆਣੇ ਤੇ ਬਾਗੜ ਦੇ ਵਿੱਚ ਹਜੇ ਵੀ ਉਹ ਪੁਰਾਣੇ ਕਿੱਸੇ ਗਾਏ ਜਾਂਦੇ ਆ, ਜਿਨ੍ਹਾਂ ਕਿੱਸਿਆਂ ਨੂੰ ਉਹ ਮਨੁੱਖ ਗਾਉਂਦੇ ਨੇ ਔਰ ਉਹਨਾਂ ਦਾ ਕੋਈ ਤੱਤ ਨਿਕਲਦਾ, ਕੋਈ ਸਾਰ ਨਿਕਲਦਾ, ਪੂਰੀ ਕਹਾਣੀ ਉਹ ਗੁਰੂ ਪਿਆਰਿਓ ਸੰਵਾਦ ਦੇ ਰੂਪ ਵਿੱਚ ਭਾਵ ਗੱਲਬਾਤ ਦੇ ਰੂਪ ਵਿੱਚ ਗਾਉਂਦੇ ਨੇ ਤੇ ਉਹਨਾਂ ਦਾ ਕੋਈ ਤੱਤ ਨਿਕਲਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸਲ ਵਿੱਚ ਪੁਰਾਣੇ ਸਮਿਆਂ ਵਿੱਚ ਇਸੇ ਤਰ੍ਹਾਂ ਸੰਵਾਦ ਚਰਚਾ ਹੀ ਹੋਇਆ ਕਰਦੇ ਸੀ। ਇਸ ਪਰ ਤਰਕ ਕਹੇ ਮਨ ਮੂੜੇ, ਭੇਦ ਨਾ ਪਾਏ ਸਕੇ ਗੁਣ ਰੂੜੇ। ਔਰ ਉਹਨਾਂ ਕਿੱਸਿਆਂ ਦੇ ਵਿੱਚ ਵੀ ਬੜੇ ਗਿਆਨ ਦੀਆਂ ਗੱਲਾਂ ਹੁੰਦੀਆਂ ਸਨ, ਪਰ ਮੂਰਖ ਹੈ ਜਿਹੜਾ ਉਹ ਉਸਦੇ ਗੁਣ ਰੂੜੇ ਡੂੰਘੇ ਭੇਦਾਂ ਨੂੰ ਨਹੀਂ ਜਾਣ ਸਕਦਾ ਜੀ। ਸੋ ਨਰਕ ਹੈ ਜਮ ਕੀ ਮਾਰ, ਜਨਮ ਮਰਨ ਲੈ ਨਿਤ ਹੈ ਖੁਆਰ। ਔਰ ਉਹ ਜਿਹੜਾ ਹੈ ਫਿਰ ਟੇਢੀਆਂ ਜੂਨਾਂ ਵਿੱਚ ਪੈ ਜਾਂਦਾ, ਕਿਉਂਕਿ ਜਣੇ ਖਣੇ ਤੇ ਸ਼ੰਕਾ ਕਰੀ ਜਾਣਾ, ਜਣੇ ਖਣੇ ਨਾਲ ਲੜੀ ਜਾਣਾ, ਸਾਡਾ ਸੱਚ ਹੈ ਤੁਹਾਡਾ ਝੂਠ ਹੈ। ਪਾਤਸ਼ਾਹ ਨੇ ਇੱਕੋ ਗੱਲ ਮੁਕਾਤੀ, ਜਿਹਦੇ ਵਿੱਚੋਂ ਕੋਈ ਤੱਤ ਨਿਕਲਦਾ ਉਹ ਠੀਕ ਹੈ। ਜਿਹੜੀ ਗੱਲ ਗ੍ਰਹਿਣ ਕਰਨ ਵਾਲੀ ਹੈ ਗ੍ਰਹਿਣ ਕਰ ਲਓ, ਜਿਹੜੀ ਛੱਡਣ ਵਾਲੀ ਉਹ ਛੱਡ ਦਿਓ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ ਯਾਤੇ ਜਿਨ ਸ਼ੁਭ ਬਾਤ ਉਚਾਰੀ, ਸਮਤਵੰਤ ਸਭ ਆਗਿਆਕਾਰੀ। ਜਿਨ੍ਹਾਂ ਨੇ ਚੰਗੀਆਂ ਗੱਲਾਂ ਉਚਾਰਨ ਕੀਤੀਆਂ ਉਹਨਾਂ ਨੂੰ ਗ੍ਰਹਿਣ ਕਰਨ ਦਾ ਕੋਈ ਹਰਜ ਨਹੀਂ। ਜਦੋਂ ਸੰਗਲਾ ਦੀਪ ਦੇ ਵਿੱਚੋਂ ਗੁਰੂ ਪਿਆਰਿਓ ਮੁੱਖ ਆਪਣਾ ਸੰਗਲਾ ਦੀਪ ਦੇ ਰਾਜੇ ਦੇ ਕੋਲ ਗੁਰੂ ਨਾਨਕ ਦੇਵ ਜੀ ਨੇ ਇੱਕ ਪੋਥੀ ਉਚਾਰਨ ਕੀਤੀ ਸੀ। ਰਾਜੇ ਨੇ ਗਿਆਨ ਮੰਗਿਆ ਗੁਰੂ ਨਾਨਕ ਪਾਤਸ਼ਾਹ ਜੀ ਤੋਂ। ਪਾਤਸ਼ਾਹ ਜੀ ਨੂੰ ਕਹਿੰਦਾ ਜੀ ਮੈਨੂੰ ਵੀ ਉਪਦੇਸ਼ ਦਿਓ। ਪਾਤਸ਼ਾਹ ਕਹਿੰਦੇ ਕਿਹੜਾ ਦੇਵਾਂ ਬੋਲ। ਦੋ ਤਰ੍ਹਾਂ ਦੇ ਉਪਦੇਸ਼ ਹੈ, ਇੱਕ ਹੱਠ ਯੋਗ ਹੈ, ਇੱਕ ਸਹਿਜ ਯੋਗ ਹੈ। ਤੂੰ ਕਿਹੜਾ ਸਿੱਖਣਾ ਦੱਸ, ਸਾਡੇ ਵਾਲਾ ਸਹਿਜ ਯੋਗ ਲੈਣਾ ਜਾਂ ਹੱਠ ਯੋਗ। ਕਹਿੰਦਾ ਜੀ ਮੈਨੂੰ ਦੋਨੇ ਹੀ ਦੱਸ ਦਿਓ ਤੇ ਜਿਹੜਾ ਮੈਨੂੰ ਸੌਖਾ ਲੱਗਿਆ ਮੈਂ ਉਹ ਧਾਰਨ ਕਰ ਲਵਾਂਗਾ। ਤਾਂ ਉਸ ਵੇਲੇ ਗੁਰੂ ਪਿਆਰਿਓ ਸਤਿਗੁਰੂ ਨਾਨਕ ਦੇਵ ਜੀ ਨੇ ਪੋਥੀ ਲਿਖਾਈ, ਜਿਹਦੇ ਵਿੱਚ ਸਾਡੀ ਗੁਰਮਤ ਦੀ ਮੱਤ ਵੀ ਲਿਖਾਈ ਤੇ ਦੂਜੇ ਪਾਸੇ ਯੋਗ ਮੱਤ ਵੀ ਲਿਖਾਈ ਕਿ ਬੰਦੇ ਨੂੰ ਆਹ ਕਰਨਾ ਪਊਗਾ, ਆਹ ਕਰਨਾ ਪਊਗਾ। ਤਾਂ ਉਸ ਗੁਰੂ ਪਿਆਰਿਓ ਉਸ ਪੋਥੀ ਨੂੰ ਲਿਖ ਕੇ ਰਾਜੇ ਨੂੰ ਦੇ ਦਿੱਤਾ ਗਿਆ। ਉਹਨੇ ਪੜ੍ਹਨੀ ਸ਼ੁਰੂ ਕੀਤੀ, ਉਹਨੇ ਸਹਿਜ ਮੱਤ ਗੁਰਮਤ ਨੂੰ ਗ੍ਰਹਿਣ ਕੀਤਾ, ਕਿਉਂਕਿ ਯੋਗ ਮੱਤ ਸਾਧਨਾ ਕਰਨੀ ਬਹੁਤ ਔਖੀ ਹੈ, ਜੰਗਲਾਂ ਵਿੱਚ ਜਾਣਾ, ਪੁੱਠੇ ਸਿੱਧੇ ਲਮਕਣਾ, ਉਹ ਸਾਰਾ ਕੁਝ ਪਾਤਸ਼ਾਹ ਨੇ ਦੱਸਿਆ। ਉਸ ਤੋਂ ਬਾਅਦ ਕੀ ਹੋਇਆ, ਸਤਿਗੁਰੂ ਅਰਜਨ ਦੇਵ ਮਹਾਰਾਜ ਸਮਾਂ ਆਇਆ ਤੇ ਇਹਨਾਂ ਨੇ ਉਹ ਪੋਥੀ ਰਾਜੇ ਦੇ ਕੋਲੋਂ ਮੰਗਾ ਲਈ, ਜੋ ਉਸ ਵੇਲੇ ਰਾਜੇ ਦੇ ਪੁੱਤਰ ਕੋਲ ਸੀ, ਕੋ ਸਤਨਾਮ। ਤੇ ਪਾਤਸ਼ਾਹ ਜੀ ਦੇ ਕੋਲੋਂ ਪੋਥੀ ਆਈ, ਜਿਹੜੀਆਂ ਗੁਰਮਤਿ ਦੀਆਂ ਗੱਲਾਂ ਸੀ ਉਹ ਉਹਨਾਂ ਨੇ ਗੁਰਬਾਣੀ ਵਿੱਚ ਚੜਾ ਦਿੱਤੀਆਂ, ਤੇ ਜਿਹੜੀਆਂ ਯੋਗਮਤ ਦੀਆਂ ਹੱਠ ਯੋਗ ਦੀਆਂ ਸਨ ਉਹ ਸਾਡੇ ਕੰਮ ਦੀਆਂ ਹੀ ਨਹੀਂ, ਉਹ ਪਾਤਸ਼ਾਹ ਨੇ ਨਹੀਂ ਚੜਾਈਆਂ, ਕੋ ਸਤਨਾਮ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੰਮ ਦੀ ਗੱਲ ਗ੍ਰਹਿਣ ਕਰਨ ਦਾ ਕੋਈ ਹਰਜ ਨਹੀਂ, ਗੁੱਸਾ ਨਹੀਂ ਕਰੀਦਾ ਹੁੰਦਾ। ਚੰਗੀਆਂ ਗੱਲਾਂ ਸੁਣਨ ਦਾ ਕੋਈ ਹਰਜ ਨਹੀਂ ਹੈ, ਪਰ ਸਿੱਖ ਨੂੰ ਹਮੇਸ਼ਾ ਗੁਰੂ ਦੀ ਮੱਤ
ते पूरा ही निश्चय रखना चाहिए। पाठे सुने न भलो कमावै शुभ बानी पर तर्क उठावै। और ਜਿਹੜਾ पढ़ सुन के भला नहीं कमाਉਂਦਾ जीवन च धार नहीं करदा एवें चंगियां गल्लां ते तर्क करी ਜਾਂਦਾ है। इस नरका होए नरक बयाना हर जन्म को पुन पछताना। जीवन च धारण नहीं करना एवें ਥਾਂ ਥਾਂ ਤੇ ਸਿੰਘ ਅੜਾਉਣੇ ਖੁੰਡ ਚਰਚਾ ਕਰਨੀ ਅਸੀਂ ਐਂ ਕਰਦੇ ਆ ਤੁਸੀਂ ਐਂ ਨਹੀਂ ਕਰਦੇ। ਉਹ ਲੋਕ ਕਦੇ ਵੀ ਮੁਕਤ ਨਹੀਂ ਹੁੰਦੇ ਨਰਕਾਂ ਨੂੰ ਜਾਂਦੇ ਹਨ। ਕਰੇ ਖਾਲਸਾ ਕੇ ਹਿਤਬਾਨੀ ਹੰਪੀ ਕੀਤਕ ਕਹੇ ਬਖਾਨੀ। ਅਸੀਂ ਵੀ ਖਾਲਸੇ ਵਾਸਤੇ ਬਹੁਤ ਸਾਰੀ ਰਚਨਾ ਕਰ ਰਹੇ ਹਾਂ। ਹੁਣ ਰੌਲਾ ਪਈਆਂ ਦਸਮ ਗ੍ਰੰਥ ਨਾ ਪੜੋ ਜੀ, ਦਸਮ ਗ੍ਰੰਥ ਨਾ ਪੜੋ। ਕੀ ਗੱਲ ਦਸਮ ਗ੍ਰੰਥ ਨੂੰ ਕੀ ਹੋਇਆ? ਕੋਈ ਸਤਨਾਮ। ਸਾਡੀ ਸੋਚ ਪੁੱਠੀ ਹੈ। ਅਸੀਂ ਜਿਹੜੇ ਚਰਿੱਤਰਾਂ ਪਿੱਛੇ ਰੌਲਾ ਪੈ ਰਿਹਾ ਹੈ ਵੀ ਇਹ ਚਰਿੱਤਰ ਲਿਖਿਆ ਜੀ, ਇਹ ਗਲਤ ਗੱਲਾਂ ਲਿਖੀਆਂ ਇਹ 'ਚ। ਤੁਸੀਂ ਸੋਚੋ ਜੇ ਇੱਕ ਲੜਕੀ ਨੂੰ ਸਮਝਾਉਣਾ ਹੈ ਵੀ ਬੇਟਾ ਤੂੰ ਹੁਣ 10ਵੀਂ 'ਚੋਂ ਨਿਕਲ ਕੇ ਕਾਲਜ 'ਚ ਪੈਰ ਧਰਨ ਲੱਗੀ ਆ ਤੇ ਉੱਥੇ ਆਪਣੇ ਆਪ ਨੂੰ ਬਚਾ ਕੇ ਰੱਖਣਾ। ਤਰ੍ਹਾਂ ਤਰ੍ਹਾਂ ਦੇ ਨੌਜਵਾਨ ਬੱਚੇ ਵੀ ਉੱਥੇ ਆਉਣਗੇ, ਕੁੜੀਆਂ ਵੀ ਆਉਣਗੀਆਂ। ਤੂੰ ਮਾੜੀ ਸੰਗਤ ਨਹੀਂ ਕਰਨੀ। ਹੋ ਸਕਦਾ ਮਾਂ ਆਪਣੀ ਬੱਚੀ ਨੂੰ ਸਿੱਧੇ ਸ਼ਬਦਾਂ ਵਿੱਚ ਵੀ ਸਮਝਾ ਦੇਵੇ ਵੀ ਪੁੱਤਰ ਆਹ ਕੰਮ ਤੋਂ ਬਚ ਕੇ ਰਹਿਣਾ। ਕੋ ਸਤਨਾਮ। ਜੇ ਤੁਹਾਡਾ ਪੁੱਤਰ ਜਾ ਰਿਹਾ 10ਵੀਂ ਤੋਂ ਬਾਅਦ ਕਾਲਜ ਦੇ ਵਿੱਚ, ਕਿ ਤੁਸੀਂ ਆਪਣੇ ਪੁੱਤਰ ਨੂੰ ਇਹ ਗੱਲਾਂ ਤੋਂ ਅਲਰਟ ਨਹੀਂ ਕਰੋਗੇ? ਪੁੱਤਰ ਮਾੜੇ ਬੱਚਿਆਂ ਦੀ ਸੰਗਤ ਨਹੀਂ ਕਰਨੀ, ਇਹਨਾਂ ਵਿਸ਼ੇ ਵਿਕਾਰੀਆਂ ਲੋਕਾਂ ਦੀ ਸੰਗਤ ਨਹੀਂ ਕਰਨੀ। ਤੂੰ ਕਾਲਜ ਚੱਲੇ ਆ, ਸਾਡੀ ਪੱਗ ਦਾ ਖਿਆਲ ਰੱਖਣਾ। ਤੇ 10ਵੇਂ ਪਾਤਸ਼ਾਹ ਜੀ ਨੇ ਚਰਿੱਤਰ ਇਸ ਕਰਕੇ ਲਿਖੇ ਨੇ ਕਿ ਸਿੱਖੋ ਇਹੋ ਜਿਹੇ ਲੋਕ ਹੋਏ ਐ। ਕਈ ਇਸਤਰੀਆਂ ਨੇ ਇਸ ਵਿਕਾਰ ਕਰਕੇ ਆਪਣੇ ਪਿਓ ਨੂੰ ਮਰਵਾਤਾ, ਕਿਸੇ ਨੇ ਭਰਾ ਨੂੰ ਮਰਵਾਤਾ, ਕਿਸੇ ਨੇ ਪਤੀ ਨੂੰ ਮਰਵਾਤਾ। ਕਈ ਰਾਜਿਆਂ ਦੀਆਂ ਰਾਣੀਆਂ ਜਿਹੜੀਆਂ ਸਨ ਉਹਨਾਂ ਦੇ ਨੌਕਰਾਂ ਦੇ ਨਾਲ ਭੱਜ ਗਈਆਂ, ਰਾਜਿਆਂ ਦੀ ਬੇਇੱਜ਼ਤੀ ਕਰਾ ਗਈਆਂ। ਦੱਸੋ ਇਹ ਗੱਲਾਂ ਮਾੜੀਆਂ ਲਿਖਤੀਆਂ? ਕੋ ਸਤਨਾਮ। ਜੇ ਇਹਦੇ ਵਿੱਚੋਂ ਕੋਈ ਪੁੱਠਾ ਰਸ ਲਵੇ ਤੇ ਫਿਰ ਉਹਦੀ ਮਰਜ਼ੀ ਹੈ। ਜੇ ਇਹ 'ਚੋਂ ਕੋਈ ਗਿਆਨ ਲੈਣਾ ਚਾਹੇ ਤੇ ਗਿਆਨ ਦੀ ਬਾਣੀ ਆ। ਕੋਈ ਸਤਨਾਮ। 10ਵੇਂ ਪਾਤਸ਼ਾਹ ਜੀ ਕਹਿੰਦੀ ਅਸੀਂ ਵੀ ਖਾਲਸੇ ਵਾਸਤੇ ਬਹੁਤ ਕੁਝ ਲਿਖ ਰਹੇ ਹਾਂ ਆਉਣ ਵਾਲੇ ਸਮੇਂ ਵਾਸਤੇ, ਤਾਂ ਕਿ ਮੇਰਾ ਖਾਲਸਾ ਜਿਹੜਾ ਅਲਰਟ ਰਹੇ। ਤੇ ਜਿਹੜੇ ਲੋਕ ਸਾਨੂੰ ਇਸ 10ਵੀਂ ਦੀ ਬਾਣੀ ਤੋਂ ਦੂਰ ਕਰਨਾ ਚਾਹੁੰਦੇ ਹੈ, ਮਤਲਬ ਕਿ ਸਿੱਖਾਂ ਦੇ ਵਿੱਚੋਂ ਜਿਹੜਾ ਜੋਸ਼ ਹੈ ਉਹ ਖਤਮ ਹੋ ਜਾਵੇ। ਜਾਪ ਸਾਹਿਬ 10ਵੀਂ ਦੀ ਬਾਣੀ ਹੈ, ਸਵਈਏ 10ਵੀਂ ਦੀ ਬਾਣੀ ਹੈ, ਚੌਪੀ ਸਾਹਿਬ 10ਵੀਂ ਦੀ ਬਾਣੀ ਹੈ। ਇਹ ਤਿੰਨ ਬਾਣੀਆਂ ਅੰਮ੍ਰਿਤ ਛਕਾਉਣ ਵੇਲੇ ਵਰਤੀਆਂ ਜਾਂਦੀਆਂ। ਜੇ 10ਵੀਂ ਨੂੰ ਕੱਟ ਦਿੱਤਾ ਤੇ ਫਿਰ ਇਹ ਤਿੰਨ ਬਾਣੀਆਂ ਵੀ ਕੱਟੀਆਂ ਜਾਣਗੀਆਂ, ਫਿਰ ਅੰਮ੍ਰਿਤ ਪੂਰਾ ਕਿਵੇਂ ਤਿਆਰ ਹੋਵੇਗਾ? ਕੋਈ ਸਤਨਾਮ ਸੀ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ ਕਰੈ ਖਾਲਸਾ ਕੇ ਹਿਤ ਬਾਨੀ ਹੰਪੀ ਕੇਤ ਕਰੈ ਬਖਾਨੀ। ਔਰ ਅਸੀਂ ਇਸ ਦੇ ਵਿੱਚ ਕੁਝ ਉਹ ਚੀਜ਼ਾਂ ਵੀ ਲਿਖਾਂਗੇ। ਆਦ ਮਹਾਭਾਰਤ ਜਿਆਨ ਭਾਖਾ ਸਭ ਕੀ ਕਰਤ ਸੁਜਾਨ। ਔਰ ਪਾਤਸ਼ਾਹ ਜੀ ਕਹਿੰਦੇ ਭਾਖਾ, ਭਾਖਾ ਬੋਲੀ ਆਵਾਜ਼ ਉਚਾਰਿਆ। ਜਿਹੜੀਆਂ ਮਹਾਭਾਰਤ ਵਰਗੀਆਂ ਕਹਾਣੀਆਂ ਹੋਈਆਂ, ਜਿਹੜੀ ਮਹਾਭਾਰਤ ਉਚਾਰੀ ਸੰਸਾਰ ਦੇ ਵਿੱਚ, ਔਰ ਗੁਰੂ ਪਿਆਰਿਓ ਰਮਾਇਣ ਉਚਾਰੀ, ਕ੍ਰਿਸ਼ਨ ਲੀਲਾ ਉਚਾਰੀ, ਰਾਸ ਲੀਲਾ ਜਿਹਨੂੰ ਕਹਿੰਦੇ ਆ। ਪਾਤਸ਼ਾਹ ਕਹਿੰਦੇ ਮੈਂ ਸਾਰਾ ਕੁਝ ਇਕੱਠਾ ਕਰਕੇ ਇੱਕ ਥਾਂ 'ਤੇ ਲਿਖੂੰਗਾ, ਕਿਉਂਕਿ ਇਹਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਊਗਾ ਵੀ ਖਾਲਸਾ ਪੰਥ ਤੇ ਹੋਰ ਜੋ ਪੰਥ ਚੱਲੇ ਆ ਉਹਨਾਂ 'ਚ ਕੀ ਫਰਕ ਹੈ। ਜੇ ਤੁਹਾਡੇ ਕੋਲ ਕੇਵਲ ਪਿੱਤਲ ਪਿਆ ਹੋਵੇ, ਸੋਨੇ ਦੀ ਜਾਣਕਾਰੀ ਨਾ ਹੋਵੇ, ਤੇ ਤੁਸੀਂ ਪਿੱਤਲ ਦਾ ਮੁੱਲ ਕਿਵੇਂ ਪਾਓਗੇ? ਜੇ ਕੱਲਾ ਸੋਨਾ ਪਿਆ ਤੇ ਕੋਲੇ ਪਿੱਤਲ ਨਹੀਂ ਪਿਆ ਤੇ ਸੋਨੇ ਦੀ ਵਡਿਆਈ ਦਾ ਕਿਵੇਂ ਪਤਾ ਲੱਗੂਗਾ? ਕੋਈ ਸਤਨਾਮ ਸੀ। ਇਸ ਕਰਕੇ 10ਵੇਂ ਪਾਤਸ਼ਾਹ ਜੀ ਨੇ 10ਵੇਂ ਗ੍ਰੰਥ ਨੂੰ ਲਿਖਣ ਵੇਲੇ ਜਿੱਥੇ ਕ੍ਰਿਸ਼ਨ ਲੀਲਾ ਵੀ ਲਿਖੀ ਹੈ, 24 ਅਵਤਾਰਾਂ ਦੀ ਕਹਾਣੀ ਲਿਖੀ ਹੈ, ਸ਼ੁਰੂਆਤ ਜਾਪ ਸਾਹਿਬ ਤੋਂ ਕੀਤੀ ਆ। ਅੱਗੇ ਉਹਨਾਂ ਨੇ ਬਚਿੱਤਰ ਨਾਟਕ ਸਵਈਏ ਲਿਖੇ ਹਨ, ਹੋਰ ਬਹੁਤ ਕੁਝ ਲਿਖਣਾ ਕੀਤਾ ਹੈ। ਤਾਂ ਗੁਰੂ ਪਿਆਰਿਓ ਇਹ ਸਾਰਾ ਕੁਝ ਜਿਹੜਾ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਨ ਅਸੀਂ ਵੀ ਖਾਲਸੇ ਵਾਸਤੇ ਕੁਝ ਬਾਣੀ ਲਿਖ ਰਹੇ ਹਾਂ। ਆਦ ਮਹਾਭਾਰਤ ਜਿਆਨ ਭਾਖਾ ਸਭ ਕੀ ਕਰਤ ਸੁਜਾਨ। ਔਰ ਜਿਹੜੀ ਪੁਰਾਣੇ ਸਮਿਆਂ ਵਿੱਚ ਮਹਾਭਾਰਤ ਆਦਿ ਉਚਾਰਨ ਕੀਤੇ ਜਾਂਦੇ ਸੀ, ਸੋ ਹਮ ਪੰਥ ਹਿਤ ਕਰਵਾਵੈ ਪਠੇ ਆਪ ਸਭ ਹੁਨ ਸੁਣਾਵੈ। ਉਹ ਵੀ ਨਾਲ ਲਿਖਾਂਗੇ ਤਾਂ ਕਿ ਸਾਨੂੰ ਸਾਡੇ ਬਾਣੀ ਦਾ ਪਤਾ ਲੱਗੇ ਕਿ ਸਾਡਾ ਪੰਥ ਸ਼੍ਰੋਮਣੀ
क्यों श्रोमणी है। होते 52 कब गुर पास सभी बानी करे प्रकाश। और सतगुਰਾਂ ਦੇ ਕੋਲ 52 ਕਵੀ ਜਿਹੜੇ ਸਾਡੇ ਕੋਲ ਰੱਖੇ ਹੋਏ ਹਨ, ਇਹ ਵੀ ਸਾਰੇ ਜਿਹੜੇ ਹਨ ਸਾਡੀ ਅਨੇਕਾਂ ਤਰ੍ਹਾਂ ਦੀ ਬਾਣੀ ਰਚਨਾ ਕਰਦੇ ਹਨ। ਸਤਿਗੁਰ ਸਭ ਇਕੱਤਰ ਕਰਵਾਵੇ ਪੱਤਰੇ ਦੀਰਘ ਪਰ ਲਿਖਵਾਵੇ। ਔਰ ਸਤਿਗੁਰੂ ਕਵੀਆਂ ਦੇ ਕੋਲੋਂ ਪਾਤਸ਼ਾਹ ਜੀ ਕਹਿੰਦੇ ਆ ਨਾ, ਰਾਮ ਕਥਾ ਜੁਗ ਜੁਗ ਅਟਲ ਭਾਖਾ ਕਰੀ ਬਣਾਏ। ਇਹ ਸਾਰੀ ਭਾਖਾ ਬਣਾ ਕੇ ਲਿਖੀ ਕਾਹਦੇ ਵਾਸਤੇ ਹੈ? ਜੇ ਗੁਰੂ ਪਿਆਰਿਓ ਗੁਰਬਾਣੀ ਵਿੱਚ ਸ਼ਬਦ ਲਿਖੇ ਹਨ, ਜਿਵੇਂ ਇੱਕ ਸ਼ਬਦ ਹੈ ਜਿਸ ਦੇ ਵਿੱਚ ਲਿਖਿਆ ਨਾਨਕ ਦੁਖੀਆ ਸਭ ਸੰਸਾਰ, ਉਹਦੇ ਵਿੱਚ ਉਹ ਕਹਾਣੀਆਂ ਹਨ ਸ਼ਬਦ ਵਿੱਚ ਜਿਹੜੀਆਂ ਤੁਹਾਨੂੰ ਹਿੰਦੂ ਮਤ ਦੇ ਗ੍ਰੰਥਾਂ 'ਚੋਂ ਮਿਲਣਗੀਆਂ। ਕਹੋ ਸਤਿਨਾਮ। ਰਾਮਚੰਦਰ ਦੀ, ਰਾਵਣ ਦੀ, ਰਾਜੇ ਕੰਸ ਦੀ, ਅਜੈ ਸਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ ਅਜੈ ਰਾਜੇ ਦੀ। ਹੁਣ ਗੁਰਬਾਣੀ ਵਿੱਚ ਓਨਲੀ ਸ਼ਬਦ ਲਿਖਿਆ ਹੈ। ਹੁਣ ਜੇ ਉਹਦਾ ਵਿਸਥਾਰ ਕਰਨਾ ਪਵੇ, ਜੇ ਸਾਡੇ ਕੋਲ ਦਸਮ ਗ੍ਰੰਥ ਨਾ ਹੁੰਦਾ, ਜੇ ਅਸੀਂ ਕਹਾਣੀਆਂ ਕਿਤੋਂ ਨਾ ਸੁਣੀਆਂ ਹੁੰਦੀਆਂ, ਫਿਰ ਅਸੀਂ ਉਹ ਸ਼ਬਦ ਦੇ ਅਰਥ ਕਿਵੇਂ ਕਰਦੇ? ਕਹੋ ਸਤਿਨਾਮ। ਇਸੇ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਐਸੇ ਸ਼ਬਦ ਹੈ, ਜਦੋਂ ਉਹਨਾਂ ਦਾ ਵਿਸਥਾਰ ਕਰਨਾ ਪਿਆ, ਕਥਾ ਕਰਨੀ ਪਈ, ਉਹਨਾਂ ਨੂੰ ਖੋਲ੍ਹਣਾ ਪਿਆ, ਤੇ ਫਿਰ ਸਾਨੂੰ ਦਸਮ ਗ੍ਰੰਥ ਦੀ ਸਹਾਰਾ ਲੈਣਾ ਪੈਣਾ। ਦਸਮ ਗ੍ਰੰਥ ਸਾਡਾ ਗ੍ਰੰਥ ਹੈ। ਕਹੋ ਸਤਿਨਾਮ। ਕਿੱਥੇ ਅਸੀਂ ਹਿੰਦੂ ਮਤ ਦੇ ਗ੍ਰੰਥਾਂ ਨੂੰ ਮੰਗਦੇ ਫਿਰੀਏ ਵੀ ਜਾਂ ਤੁਹਾਡਾ ਗ੍ਰੰਥ ਦੇਈ। ਜਿਵੇਂ ਕੋਈ ਗਰੀਬ ਘਰ ਦਾ ਬੱਚਾ ਕਿਸੇ ਹੋਰ ਤੋਂ MBD ਮੰਗਦਾ ਫਿਰੇ, ਬਾਈ ਤੇਰੀ ਕੁੰਜੀ ਦੇਈ ਯਾਰ, ਮੈਂ ਕਿਤਾਬ ਫਲਾਨਾ ਸ਼ਬਦ ਵੇਖਣਾ। ਪਾਤਸ਼ਾਹ ਨੇ ਸਾਡੇ ਵਾਸਤੇ ਦਸਮ ਗ੍ਰੰਥ ਹੀ ਲਿਖ ਕੇ ਰੱਖਤਾ, ਕਹਿੰਦੇ ਇਹਨੂੰ ਪੜ੍ਹ ਲਓ। ਦਸਮ ਗ੍ਰੰਥ ਸਰਬ ਲੋ ਗ੍ਰੰਥ, ਹੋਰ ਬਹੁਤ ਗ੍ਰੰਥ ਜੋ ਸਾਡੀ ਬਾਣੀ ਦੇ ਗ੍ਰੰਥ ਹੈ, ਜਿਨ੍ਹਾਂ ਨੂੰ ਪੜ੍ਹ ਕੇ ਅਸੀਂ ਗੁਰਬਾਣੀ ਦੇ ਸ਼ਬਦਾਂ ਦਾ ਵਿਸਥਾਰ ਕਰ ਸਕਦੇ ਹਾਂ, ਨਹੀਂ ਤਾਂ ਬੜਾ ਮੁਸ਼ਕਲ ਹੋ ਜਾਣਾ। ਮੇਰੇ ਪ੍ਰੀਤਮ ਜੀ ਕਹਿੰਦੇ ਸਤਿਗੁਰੂ ਜੀ ਨੇ ਸਭ ਕੁਝ ਆਪਣੇ 52 ਕਵੀਆਂ ਤੋਂ ਲਿਖਵਾਇਆ ਹੈ। ਵੱਡੇ ਵੱਡੇ ਪੱਤਰੇ ਭਾਵ ਕਾਗਜ਼ਾਂ ਤੇ ਲਿਖਵਾਉਣਾ ਕਰਦੇ ਹਨ। ਨਾਮ ਗ੍ਰੰਥ ਕੋ ਵਿਦਿਆ ਸਾਗਰ ਰਾਖਨ ਕੀਨੋ ਸ਼੍ਰੀ ਪ੍ਰਭ ਨਾਗਰ। ਔਰ ਇੱਕ ਗ੍ਰੰਥ ਜਿਹੜਾ ਬੜਾ ਹੀ ਮਹਾਨ ਸਤਿਗੁਰਾਂ ਦੇ ਕੋਲ ਸੀਗਾ, ਜਿਸ ਦਾ ਨਾਮ ਸੀਗਾ ਵਿਦਿਆ ਸਾਗਰ। ਤੇ ਜਦੋਂ ਅਨੰਦਪੁਰ ਸਾਹਿਬ ਛੱਡਣਾ ਪਿਆ ਨਾ, ਉਸ ਵਿਦਿਆ ਸਾਗਰ ਗ੍ਰੰਥ ਵਿੱਚ ਬਹੁਤ ਕੁਝ ਲਿਖਿਆ ਸੀਗਾ। ਉਹ ਸਤਿਗੁਰਾਂ ਨੂੰ ਸਰਸਾ ਨਦੀ ਵਿੱਚ ਭੇਟ ਕਰਨਾ ਪਿਆ, ਕਿਉਂਕਿ ਹੁਣ ਸੰਭਾਲਿਆ ਨਹੀਂ ਸੀ ਜਾਂਦਾ। ਕੋਈ ਸਤਿਨਾਮ। ਮਨਾਮੂਹੀ ਬਚਨ ਸਤਿਗੁਰਾਂ ਨੇ ਲਿਖੇ, ਮਨਾਮੂਹੀ ਗ੍ਰੰਥ ਉੱਤੇ, ਮਨਾਮੂਹੀ ਕਾਗਜ਼ਾਂ ਉੱਤੇ ਲਿਖੇ ਸਨ। ਪਰ ਜਦੋਂ ਅਨੰਦਪੁਰ ਸਾਹਿਬ ਛੱਡਣਾ ਪਿਆ ਵੀ ਇਹ ਸਾਡੇ ਗ੍ਰੰਥ ਦੀ ਕਿਤੇ ਬੇਅਦਬੀ ਨਾ ਹੋਵੇ, ਇਸ ਕਰਕੇ ਅਨੰਦਪੁਰ ਨੂੰ ਛੱਡਣ ਵੇਲੇ ਬਹੁਤ ਸਾਰੇ ਗ੍ਰੰਥ ਸਤਿਗੁਰਾਂ ਨੂੰ ਜਿਹੜੀ ਹੈ ਸਰਸਾ ਨਦੀ ਦੇ ਵਿੱਚ ਕਹਿੰਦੇ ਭੇਟ ਕਰਨੇ ਪਏ। ਤਾਂ ਕਵਿਤਾ ਸਭਿਨ ਕੀ ਪਰਖੰਤੇ ਜਿਮ ਤਨ ਤਾਰ ਸੋ ਛੰਦ ਬਨੰਤੇ। ਸਤਿਗੁਰੂ ਸਾਰੇ ਕਵੀਆਂ ਦੀਆਂ ਕਵਿਤਾਵਾਂ ਸੁਣਦੇ ਹਨ, 52 ਕਵੀਆਂ ਦੀਆਂ, ਉਹਨਾਂ ਨੂੰ ਆਪ ਪਰਖਦੇ ਹੈ, ਪੜ੍ਹਦੇ ਹੈ, ਜੱਜਮੈਂਟ ਕਰਦੇ ਹਨ। ਰੀਜ ਰੀਜ ਦੇ ਮੌਜ ਕਨੇਰੇ ਲਾਖੋ ਦਰਬ ਕਰੋੜਨ ਕੇਰੇ। ਔਰ ਸਤਿਗੁਰੂ ਪਾਤਸ਼ਾਹ ਜੀ ਆਪਣੀ ਮੌਜ ਦੇ ਵਿੱਚ ਉਹਨਾਂ ਕਵੀਆਂ ਨੂੰ ਬੇਅੰਤ ਮਾਇਆ ਵੀ ਦਿੰਦੇ ਹੈ, ਜਿਨ੍ਹਾਂ ਦੇ ਕੋਲੋਂ ਹਿੰਦੂ ਮਤ ਦੇ ਗ੍ਰੰਥਾਂ ਦੇ ਉਲਥੇ ਕਰਵਾਏ ਸਨ। ਕਿਉਂਕਿ ਉਲਥੇ ਕੀਤੇ ਗਏ ਨਾ, ਉਹਨਾਂ ਦੀਆਂ ਫਿਰ ਅੱਗੇ ਸਿੱਧੀਆਂ ਕਹਾਣੀਆਂ ਬਣਾ ਕੇ ਦਸਮ ਗ੍ਰੰਥ ਵਿੱਚ ਚੜਾਉਣੀਆਂ ਕੀਤੀਆਂ। ਤਾਂ ਇਸ ਤਰ੍ਹਾਂ ਉਹਨਾਂ ਦੇ ਉਲਥੇ ਕਵੀਆਂ ਤੋਂ ਕਰਵਾਉਂਦੇ ਹਨ, ਔਰ ਆਪਣੀ ਮੌਜ ਵਿੱਚ ਆ ਕੇ ਉਹਨਾਂ ਨੂੰ ਖੁਸ਼ ਵੀ ਕਰਦੇ ਹਨ, ਬੇਅੰਤ ਮਾਇਆ ਦੇਣੀ ਕਰਦੇ ਹਨ। ਕਵਿਤਾ ਸਭਿਨ ਕੀ ਪਰਖੰਤੇ ਜਿਮ ਤਮ ਤਾਰ ਸੋ ਛੰਦ ਬਨੰਤੇ। ਸਾਰਿਆਂ ਦੀਆਂ ਕਵਿਤਾਵਾਂ ਨੂੰ ਪੜ੍ਹਦੇ ਹਨ ਜਿਵੇਂ ਉਹਨਾਂ ਨੇ ਛੰਦਾਬੰਦੀ ਵਿੱਚ ਲਿਖਣਾ ਕੀਤਾ ਹੈ। ਰੀਜ ਰੀਜ ਦੇ ਮੌਜ ਕਨੇਰੇ ਲਾਖੋ ਦਰਬ ਕਰੋੜਨ ਕੇਰੇ। ਉਹਨਾਂ ਨੂੰ ਲੱਖਾਂ ਕਰੋੜਾਂ ਦੇ ਵਿੱਚ ਮਾਇਆ ਦਿੰਦੇ ਹਨ, ਖੁਸ਼ੀ ਵਿੱਚ ਆ ਕੇ। ਕਵੀਆਂ ਕੋ ਆਗੇ ਬ੍ਰਿਤਾਂਤ ਕਰੇ ਗ੍ਰੰਥ ਮੇ ਸਭ ਵਿਖਿਆਤ। ਇਹ ਕਵੀਆਂ ਨੇ ਕੀ ਕੁਝ ਲਿਖ ਲਿਖ ਕੇ ਦਿੱਤਾ ਮੇਰੇ ਪ੍ਰੀਤਮ ਜੀ ਨੂੰ, ਇਹ ਆਪ ਜੀ ਨੂੰ ਅੱਗੇ ਸੁਣਾਵਾਂਗੇ। ਰੁੱਤ ਪਏ ਤਬ ਤੀਸਰ ਪੂਰੇ ਸ਼੍ਰੀ ਕਲਗੀਧਰ ਕੀ ਕਥਰੂਰੀ। ਤੋ ਇਹ ਆਪਣੇ ਕਥਾ ਦੇ ਮੁਤਾਬਕ, ਰੁੱਤ ਦੇ ਮੁਤਾਬਕ ਭਾਈ ਸਾਹਿਬ ਨੇ ਗ੍ਰੰਥਾਂ ਦੀ ਜਿਹੜੀ ਹੈ ਵੰਡ ਕੀਤੀ ਹੈ। ਇੱਥੋਂ ਤੱਕ ਤੀਸਰੀ ਰੁੱਤ ਦੀ ਕਥਾ ਜਿਹੜੀ ਹੈ ਉਹ ਸੰਪੂਰਨ ਹੋ ਗਈ ਦਸਵੇਂ ਪਾਤਸ਼ਾਹ ਜੀ ਦੀ। ਪਾਠੇ ਸੁਨਿਆ ਪਛੇ ਪ੍ਰੇਮ ਸਤਿਗੁਰ ਬਖਸ਼ੇ ਸ਼ਰੋਤਨ ਛੇਮ। ਔਰ ਜਿਹੜਾ ਇਸ ਪਵਿੱਤਰ ਬਾਣੀ ਨੂੰ ਪੜ੍ਹੇਗਾ, ਸੁਣੇਗਾ, ਸਤਿਗੁਰੂ
ਸਰੋਤਿਆਂ ਦੀ ਮੁਕਤੀ ਕਰਨਗੇ, ਕਲਿਆਣ ਕਰਨਗੇ। 10 ਪਾਤਸ਼ਾਹ ਨੇ ਚਰਨ ਮਨਾਏ, ਕਵ ਸੰਤੋਖ ਸਿੰਘ ਕਾਬਨ ਬਣਾਏ। ਔਰ ਕਵੀ ਸੰਤੋਖ ਸਿੰਘ ਜੀ ਨੇ ਵੀ 10 ਗੁਰੂਆਂ ਦੇ ਚਰਨਾਂ 'ਚ ਨਮਸਕਾਰ ਕੀਤੀ ਹੈ, ਤਾਂ ਇਹ ਛੰਦਾਬੰਦੀ ਦੇ ਗ੍ਰੰਥ ਬਣਾਏ ਹਨ ਦੋਹਰਾ। ਦੀਨਨ ਦਿਆਲ ਆਨੰਦ ਦਖਨ, ਜੋ ਸਭ ਮੇਲ ਲੀਨ। ਇਸ ਤਰ੍ਹਾਂ ਦੀਨਾਂ ਦੇ ਉੱਪੇ ਦਇਆ ਕਰਨ ਵਾਲੀ, ਗਰੀਬਾਂ ਦੇ ਦਇਆਵਾਨ ਸਤਿਗੁਰੂ ਇੱਕ ਰਸ ਆਨੰਦ ਸਰੂਪ ਪਰਮਾਤਮਾ ਦੇ ਰੂਪ ਜੋ ਸਾਰਿਆਂ ਵਿੱਚ ਸਮਾਏ ਹੋਏ ਹਨ। ਦੀਨ ਨਾਮ ਜਨ ਜਾਹੇ ਨੇ, ਤਿਨ ਕੋ ਕੇਵਲ ਦੀਨ। ਔਰ ਜਿਨ੍ਹਾਂ ਨੇ ਉਸ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਨੂੰ ਸਤਿਗੁਰਾਂ ਨੇ, ਪਰਮੇਸ਼ਰ ਨੇ ਮੁਕਤੀ ਦੀ ਦਾਤ ਬਖਸ਼ੇ ਜੇ। ਹਰ ਹਰ ਕੋਟੀ ਮਤ ਹਰ ਹਿਰਦੈ, ਨਾਮ ਗੁਰੂ ਗੁਰੂ ਨਾਨਕ ਜਹਾਜਨ ਕੋ ਭਰ ਭਰ। ਔਰ ਹੁਣ ਗੁਰੂਆਂ ਦੀ ਮਹਿਮਾ ਕਰਦੀ ਹੈ, ਪਹਿਲੇ ਦੋਹਰੇ ਵਿੱਚ ਪਰਮੇਸ਼ਰ ਦੀ ਮਹਿਮਾ, ਫਿਰ ਅੱਗੇ ਗੁਰੂਆਂ ਦੀ ਮਹਿਮਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹਰ ਹਰ ਖੋਟੀ ਮਤ ਹਰ, ਹਰੇਕ ਦੀ ਖੋਟੀ ਮਤ ਨੂੰ ਹਰ ਕੇ ਕੋਹ ਲੈਂਦੇ ਹਨ। ਹਰਨਾ ਹੁੰਦਾ ਖੋਹ ਲੈਣਾ, ਸੀਤਾ ਹਰਨ ਜਿਵੇਂ ਸ਼ਬਦ ਆ, ਭਾਵ ਲੈ ਜਾਣਾ ਖੋਹ ਕੇ। ਗੁਰੂ ਸਾਡੀ ਮਾੜੀ ਮਤ ਨੂੰ ਲੈ ਲੈਂਦੇ ਹਨ। ਹਰ ਹਰ ਦੈ ਨਾਮ, ਹਰੀ ਦਾ ਨਾਮ ਦੇ ਕੇ, ਗੁਰੂ ਗੁਰੂ ਨਾਨਕ ਜਹਾਂ ਜਨ ਕੋ ਕਰ ਭਰ ਭਰ। ਔਰ ਆਪਣੇ ਸਮੁੰਦਰੀ ਵਿੱਚ ਪੇੜੇ ਵਿੱਚ ਭਰ ਭਰ ਕੇ ਜੀਵਾਂ ਨੂੰ ਪਾਰ ਲਾਉਂਦੇ ਹਨ। ਕਰ ਕਰ ਪਾਰ ਗੁਰ ਅੰਗਦ ਅਮਰਦਾਸ, ਸੋਢੀ ਕੁਲ ਚੰਦ ਰਾਮਦਾਸ ਦਿਆ ਢਰ ਢਰ। ਔਰ ਫਿਰ ਉਹਨਾਂ ਦੀ ਡਿਊਟੀ ਅੱਗੇ ਵਜਾਈ, ਕਰ ਕਰ ਪਾਰ। ਗੁਰੂ ਨਾਨਕ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਸੋਢੀ ਕੁਲ ਦੇ ਪੂਰਨਮਾਸ਼ੀ ਤੋਂ ਵੀ ਸੁੰਦਰ ਚੰਦਰਮਾ ਰੂਪ ਗੁਰੂ ਪਿਆਰੋ ਰਾਮਦਾਸ ਮਹਾਰਾਜ ਦਇਆ ਕਰਕੇ ਢਲ ਕੇ, ਭਾਵ ਜੀਵਾਂ ਤੇ ਦਇਆ ਕਰਕੇ ਤਾਰ ਰਹੇ ਹਨ। ਕਰ ਕਰ ਜਾਸਨ ਗੁਰ ਅਰਜਨ ਜਾਨੀਅਤ, ਸ਼੍ਰੀ ਹਰਿ ਗੋਬਿੰਦ ਹਰਿ ਰਾਏ ਰੂਪ ਧਰ ਧਰ। ਔਰ ਆਪ ਜੀ ਜਾਣਦੇ ਹੋ ਕਿ ਅੱਜ ਤਾਂ ਸਾਰੀ ਸ੍ਰਿਸ਼ਟੀ ਦੇ ਘਰ ਘਰ ਵਿੱਚ ਜਿਨ੍ਹਾਂ ਦਾ ਜਸ ਹੋ ਰਿਹਾ ਉਹ ਕੌਣ ਹੈ? ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਔਰ ਹਰਗੋਬਿੰਦ ਸਾਹਿਬ ਜੀ ਹਰਿ ਰਾਏ, ਜੋ ਹਰੀ ਦਾ ਰੂਪ ਧਾਰਿਆ ਹੈ। ਦਰ ਦਰ ਦੁਖ ਹਰਿ ਕ੍ਰਿਸ਼ਨ ਨਵ ਗੁਰੂ, ਸ਼੍ਰੀ ਗੁਰੂ ਗੋਬਿੰਦ ਲੋ ਚਰਨ ਪਰ ਪਰ। ਔਰ ਸਤਿਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਹੜਾ ਇਹਨਾਂ ਦੇ ਦਰ ਤੇ ਜਾ ਕੇ ਡਿੱਗ ਪਿਆ, ਦਰ ਦਰ ਜਿਹੜਾ ਦਰ ਤੇ ਜਾ ਕੇ ਢਹਿ ਪਿਆ, ਸ਼੍ਰੀ ਹਰਿਕ੍ਰਿਸ਼ਨ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ ਹਨ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਅਤੇ ਸ਼੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਅੱਗੇ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਚਰਨਾਂ ਤੇ ਪੈ ਕੇ ਵੀ ਨਮਸਕਾਰ ਕਰਦੇ ਹਾਂ। ਚੰਦਨ ਸੇਤ ਸੋ ਚਰਚਾ ਤੇ ਅੰਗਾ, ਚੰਦ ਮਨੰਦ ਬਦਨ ਸਿਤ ਰੰਗਾ। ਹੁਣ ਚੌਥੀ ਰੁੱਤ ਚੱਲ ਪਈ ਹੈ ਗੁਰੂ ਪਿਆਰਿਓ। ਚੌਥੀ ਰੁੱਤ ਵਿੱਚ ਅਗਲੀ ਕਥਾ ਭਾਈ ਸਾਹਿਬ ਜੀ ਵਰਣਨ ਕਰਦੇ ਹਨ। ਇਹ ਆਪਾਂ ਅਗਲੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ ਤੇ ਹੈ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। हे अच्युत हे पार ब्रह्म अविनाशी अगनास, हे पूरन हे सर्व में जन गुण तास, हे संगी हे निरंकार हे निर्गुण सब टेक, हे गोविंद हे गुण निधान जाके सदा विवेक, हे अपरंपर हर हरे भी हो बनहार, हे संत कै सदा संग दीदारा आधार, हे ठाकुर हों दास रो निर्गुण गुण नहीं कोय, नानक दीजै नाम दान राखोहि परोए, आए प्रभ शरणागति कृपा निध दयाल, एक अखर हर मन बसत नानक होत निहाल, एक ओंकारा सतगुरु तेह प्रसाद सच होए, वाहिगुरु जी की फतेह है। विघ्न विनाशन सोए, वाहिगुरु जी की फतेह है। विघ्न विनाशन सोए। वाहिगुरु जी का खालसा, वाहिगुरु जी की वाहिगुरु जी की फतेह।